ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ 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 ਸਾਹਿਬ ਜੀ। ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਣਾਏ। ਨਾਨਕ ਕੀ ਪ੍ਰਭ ਬੇਨਤੀ ਆਪਣੇ ਭਗਤੀ ਲਾਏ। ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ ਸਾ ਬਿਦ ਤੁਮ ਹਰ ਜਾਨਹੁ ਆਪੇ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੂਛਤਾ ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਧੰਨ ਧੰਨ ਗੁਰ ਨਾਨਕ ਜਨ ਕੇਰਾ ਜਿਤ ਮਿਲੈ ਚੂਕੇ ਸਭ ਸੋਗ ਸੰਤਾਪੇ। ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਹੀ। ਮਾਇਆ ਮੋਹ ਭਰਮ ਪੈ ਭੂਲੇ ਸੁਤ ਦਾਰਾ ਸਿਉ ਪ੍ਰੀਤ ਲਗਾਈ। ਇਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਿਹ ਮਲੰਤ ਜਮ ਤਰਾਸ ਮਟਾਈ। ਇਕ ਅਰਦਾਸ ਭਾਟ ਕੀਰਤ ਕੀ ਗੁਰ ਰਾਮਦਾਸ ਰਾਖੋ ਸ਼ਰਨਾਈ। ਇਕ ਅਰਦਾਸ ਭਾਟ ਕੀਰਤ ਕੀ ਗੁਰ ਰਾਮਦਾਸ ਰਾਖੋ ਸ਼ਰਨਾਈ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪੰਜਵਾਂ। ਫਿਰਤ ਫਿਰਤ ਭੇਟੇ ਜਨ ਸਾਧੂ ਪੂਰਾ ਗੁਰ ਸਮਝਾਇਆ। ਆਨ ਸਗਲ ਬਿਦ ਕਾਮ ਨਾ ਆਵੈ। ਹਰ ਹਰ ਨਾਮ ਧਿਆਇਆ। ਫਿਰਤ ਫਿਰਤ ਭੇਟੇ ਜਨ ਸਾਧੂ ਪੂਰਾ ਗੁਰ ਸਮਝਾਇਆ। ਆਨ ਸਗਲ ਬਿਦ ਕਾਮ ਨਾ ਆਵੈ। ਹਰ ਹਰ ਨਾਮ ਧਿਆਇਆ। ਤਾਤੇ ਮੋਹੇ ਧਾਰੀ ਓਟ ਗੋਪਾਲ। ਸਰਣ ਪਰਿਓ ਪੂਰਨ ਪਰਮੇਸ਼ੁਰ। ਬਿਨ ਸੇ ਸਗਲ ਜੰਜਾਲ। ਰਹਾਉ ਸੁਰਗ ਮਿਰਤ ਪਿਆਲ ਭੂਮੰਡਲ। ਸਗਲ ਵਿਆਪੇ ਮਾਏ। ਜੀ ਉਦਾਹਰਣ ਸਭ ਕੁਲ ਤਾਰਨ।
ਹਰ ਹਰ ਨਾਮ ਧਿਆਏ। ਨਾਨਕ ਨਾਮ ਨਿਰੰਜਨ ਗਾਈਐ, ਪਾਈਐ ਸਰਬ ਨਿਧਾਨਾ। ਕਰ ਕਿਰਪਾ ਜਿਸ ਦੇ ਸੁਆਮੀ, ਬਿਰਲੇ ਕਾਹੂ ਜਾਨਾ। ਨਾਨਕ ਨਾਮ ਨਿਰੰਜਨ ਗਾਈਐ, ਪਾਈਐ ਸਰਬ ਨਿਧਾਨਾ। ਕਰ ਕਿਰਪਾ ਜਿਸ ਦੇ ਸੁਆਮੀ, ਬਿਰਲੇ ਕਾਹੂ ਜਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀਆ ਦੇ ਵਾਲੀ ਗਰੀਬ ਨਵਾਜ਼ ਸਤਿਗੁਰੂ, ਪਤਿਤ ਪਾਵਨ ਭਗਤ ਵਸ਼ਲ ਕਿਰਪਾ ਦੇ ਖਜ਼ਾਨੇ, ਵਾਲੀ ਕੁਲ ਆਲਮ ਦਸਾਂ ਹੀ ਪਾਤਸ਼ਾਹੀਆਂ ਦੇ ਆਤਮਿਕ ਸਰੂਪ, ਧੰਨ 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 ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਤਿੰਨਾਂ ਦੀ ਹਜ਼ੂਰੀ ਅੰਦਰ ਸੁਭਾਏਮਾਨ, ਗੁਰੂ ਕੀ ਸਾਜੀ ਨਵਾਜੀ, ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਗੁਰਦੇਵ ਜੀ ਦੀ ਅਪਾਰ ਕਿਰਪਾ ਰਹਿਮਤ ਦਾ ਸਦਕਾ ਆਪ ਗੁਰਮੁਖ ਮਾਈ ਭਾਈ ਕਿਰਪਾਲੂ ਸਤਿਗੁਰੂ ਸਾਹਿਬ ਜੀ ਦੇ ਪਾਵਨ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਕਰਕੇ ਵਡਭਾਗੇ ਹੋ ਰਹੇ ਹੋ। ਧੰਨ ਸਤਿਗੁਰੂ ਸਾਹਿਬ ਜੀ, ਜਿਨ੍ਹਾਂ ਨੇ ਸਾਡੇ ਕਲਯੁਗੀ ਜੀਵਾਂ ਦੇ ਆਧਾਰ ਹਿੱਤ ਇਹ ਮਹਾਨ ਬਖਸ਼ਿਸ਼ ਦਾ ਦਰ ਆਪ ਕਿਰਪਾ ਕਰਕੇ ਖੋਲ੍ਹਿਆ ਹੈ, ਦਿਆਲਤਾ ਕਰਕੇ ਬਖਸ਼ਿਸ਼ ਕੀਤੀ ਹੈ, ਸਾਨੂੰ ਸ਼ਬਦ ਗੁਰੂ ਦੇ ਲੜ ਲਾ ਕਰਕੇ ਉਪਦੇਸ਼ ਦਿੱਤਾ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਾਨੇ, ਪ੍ਰਤੱਖ ਗੁਰੂ ਨਿਸਤਾਰੇ। ਆਪ ਕਿਰਪਾ ਦੇ ਘਰ ਵਿੱਚ ਆਣ ਕਰਕੇ ਇਹ ਬਖਸ਼ਾਂ ਰਹਿਮਤਾਂ ਸਾਡੇ ਤੇ ਕੀਤੀਆਂ ਹਨ। ਜੇ ਸਮੇਂ ਵੀ ਸਿੱਖ ਦੇ ਚਿੱਤ ਵਿੱਚ ਕੋਈ ਵੀ ਸੰਸਾ ਆਣ ਕਰਕੇ ਫੁਰਦਾ ਹੈ ਕਿ ਇਹ ਕਿਵੇਂ ਹੋ ਸਕਦਾ ਹੈ, ਧੰਨ ਗੁਰਦੇਵ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਦਿਆਲਤਾ ਕਰਕੇ ਸਾਰੇ ਸੰਕਿਆਂ ਤੋਂ ਸਾਨੂੰ ਮੁਕਤ ਕਰ ਦਿੰਦੇ ਹਨ। ਮੇਰੇ ਗੁਰਦੇਵ ਜੀ ਦੇ ਪਾਸ ਸੋ ਅਜਿਹੇ ਹੀ ਅਨੇਕ ਤਰੀਕਿਆਂ ਦੇ ਸੰਸੇ ਲੈ ਕਰਕੇ ਸਿਖਾਉਂਦੇ ਨੇ। ਕਿਰਪਾਲੂ ਜੀ ਬਖਸ਼ਾਂ ਕਰਕੇ, ਰਹਿਮਤ ਕਰਕੇ, ਦਇਆ ਦੇ ਘਰ ਵਿੱਚ ਆਣ ਕਰਕੇ ਸਾਰੇ ਹੀ ਸ਼ੰਕੇ ਨਿਵਰਤ ਕਰਕੇ ਤੋਰ ਦਿੰਦੇ ਹਨ। ਜਿਵੇਂ ਅਜੋਕੇ ਸਮੇਂ ਦੇ ਵਿੱਚ ਅਨੇਕਾਂ ਥਾਵਾਂ ਤੇ ਬਹੁਤੀਆਂ ਦੁਕਾਨਾਂ ਖੁੱਲੀਆਂ ਹੋਈਆਂ ਨੇ, ਜਿਹੜੇ ਆਪਣੇ ਆਪ ਨੂੰ ਗੁਰੂ ਸਦਵਾ ਕਰਕੇ, ਆਪਣੇ ਆਪ ਨੂੰ ਵੱਡੇ ਸਦਵਾ ਕਰਕੇ ਤੇ ਦੱਸਣ ਦਾ ਯਤਨ ਕਰਦੇ ਹਨ ਕਿ ਮੁਕਤੀ ਸਾਡੇ ਪਾਸੋਂ ਮਿਲ ਸਕਦੀ ਹੈ। ਗੁਰਸਿੱਖ ਮੁਖ ਦੁਆਰਾ ਸਤਿਗੁਰੂ ਸਾਹਿਬ ਜੀ ਤੋਂ ਪੁੱਛਿਆ ਜਾਵੇ, ਮਹਾਰਾਜ ਸਾਨੂੰ ਦੱਸੋ, ਤਾਂ ਕਿਰਪਾਲੂ ਸਤਿਗੁਰੂ ਸਾਹਿਬ ਜੀ ਜੋ ਬਖਸ਼ਿਸ਼ ਕਰਦੇ ਨੇ, ਰਹਿਮਤ ਕਰਦੇ ਨੇ, ਉਹ ਅੱਜ ਦੇ ਹੁਕਮਨਾਮੇ ਵਿੱਚ ਦਿਆਲਤਾ ਕਰਕੇ, ਸਾਡੇ ਤੇ ਰਹਿਮਤ ਕਰਕੇ ਜੋ ਸਾਨੂੰ ਸੰਸਾਰ ਦੀ ਦਸ਼ਾ, ਜਿਵੇਂ ਇਸ ਸੰਸਾਰ ਤੋਂ ਮੁਕਤੀ ਹੋ ਸਕਦੀ ਹੈ, ਉਹ ਕਿਹੜਾ ਕਾਰਨ ਹੈ ਜਿਸ ਕਾਰਨ ਕਰਕੇ ਇੱਥੋਂ ਉਧਰ ਸਕਦੇ ਹਾਂ, ਉਹ ਆਪ ਕਿਰਪਾਲੂ ਸਤਿਗੁਰੂ ਸਾਹਿਬ ਜੀ ਦਇਆ ਦੇ ਘਰ ਵਿੱਚ ਆਣ ਕਰਕੇ, ਰਹਿਮਤ ਕਰਕੇ ਸਾਨੂੰ ਸਮਝਾ ਰਹੇ ਹਨ ਕਿ ਗੁਰੂ ਕੈ ਸਿੱਖਾ ਕੀ ਚਾਹੁੰਦਾ ਹੈ ਮਹਾਰਾਜ, ਮੁਕਤੀ ਚਾਹੁੰਦਾ ਹਾਂ। ਕਹਿੰਦੇ ਨੇ ਸ਼ਰਨ ਪਰਿਓ ਪੂਰਨ ਪਰਮੇਸ਼ਰ, ਬਿਨਸੇ ਸਗਲ ਜੰਜਾਲਾ। ਇਹ ਜੰਜਾਲ ਤਾਂ ਤੇਰੇ ਨਾਸ ਹੋਣਗੇ ਜੇ ਸ਼ਰਨ ਉਹ ਪਰਮੇਸ਼ਰ ਵਾਹਿਗੁਰੂ ਦੀ ਸ਼ਰਨ ਵਿੱਚ ਪੈ ਜਾਵੇਂਗਾ। ਇਹ ਜਿਹੜੇ ਜੰਜਾਲ ਹਨ, ਮੋਹ ਮਾਇਆ ਦੀ ਫਾਸੀ ਤਾਂ ਲੱਗ ਸਕਦੀ ਹੈ। ਆਪ ਕਿਰਪਾ ਕਰਕੇ ਸਮਝਾਓ ਜੀ ਕਿਵੇਂ, ਤਾਂ ਜੋ ਸਤਿਗੁਰੂ ਸਾਹਿਬ ਜੀ ਸਾਡੇ ਤੇ ਰਹਿਮਤ ਕਰ ਰਹੇ ਨੇ। ਆਓ ਮਨ ਚਿਤ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰੀਏ। ਪ੍ਰੇਮ ਸਤਿਕਾਰ ਸਹਿਤ ਪੜੋ ਜੀ, ਸਤਨਾਮ ਸ੍ਰੀ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪੰਜਵਾ। ਫਿਰਤ ਫਿਰਤ ਭੇਟੇ ਜਨ ਸਾਧੂ, ਸੋ
ਸੋ ਧੰਨ ਗੁਰਦੇਵ ਜੀ ਨੇ ਬਖਸ਼ਿਸ਼ ਕੀਤੀ ਹੈ ਧਨਾਸਰੀ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਡੇ ਤੇ ਦਿਆਲਤਾ ਕਰਦੇ ਨੇ। ਗੁਰਸਿੱਖਾ, ਜਿਸ ਸਮੇਂ ਮਹਾਰਾਜ ਕਿਵੇਂ ਪ੍ਰਾਪਤੀ ਹੋਵੇਗੀ? ਕਹਿੰਦੇ ਜਿਸ ਸਮੇਂ ਫਿਰਦਿਆਂ ਫਿਰਦਿਆਂ ਸੰਸਾਰ ਦੇ ਵਿੱਚ ਅਨੇਕਾਂ ਥਾਵਾਂ ਤੇ ਜਾ ਕਰਕੇ ਵੇਖਿਆ, ਜਿਹਨੂੰ ਆਪਾਂ ਪਾਵਨ ਗੁਰਬਾਣੀ ਦੇ ਵਿੱਚ ਵੀ ਪੜ੍ਹਦੇ ਹਾਂ ਭੱਟਾਂ ਦੇ ਸਮਈਆਂ ਦੇ ਵਿੱਚ ਕਿ ਰਹਿਓ ਬਰਸੋ ਟੋਲ ਸਾਧ ਬਹੁ ਤੇਰੇ ਡਿੱਠੇ ਸੰਨਿਆਸੀ ਤਪਸੀਏ ਮੁਖੋਂ ਇਹ ਪੰਡਤ ਮਿੱਠੇ। ਰਹਿਓ ਬਰਸੋ ਟੋਲ ਕਿਨਹਿ ਨੂੰ ਪਰਚਾ ਲਾਇਓ ਕਿ ਮਹਾਰਾਜ ਬੜਾ ਚਿਰ ਹੋ ਗਿਆ ਹੈ, ਕਹਿਤੇ ਹੋ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ। ਬੜਾ ਲੰਮਾ ਸਮਾਂ ਜਿੰਨਾ ਚਿਰ ਭਰਮਦੇ ਰਹੇ ਸੰਸਾਰ ਦੇ ਵਿੱਚ, ਬੜਾ ਟੋਲ ਟੋਲ ਕੇ ਵੇਖਿਆ ਕਿ ਕੋਈ ਅਜਿਹਾ ਮਹਾਤਮਾ ਮਿਲ ਜਾਵੇ ਜਿਸ ਮਹਾਤਮਾ ਦੇ ਪਾਸੋਂ ਪਰਮੇਸ਼ਰ ਦੀ ਰਹਿਤ, ਪਰਮੇਸ਼ਰ ਦੀ ਕਰਨੀ, ਪਰਮੇਸ਼ਰ ਦੀ ਪ੍ਰਾਪਤੀ ਦਾ ਰਸਤਾ ਮਿਲੇ। ਪਰ ਭੱਟ ਜਾਣ ਕਹਿੰਦੇ ਨੇ, ਕਹਿੰਦਿਆਂ ਕਹਿਣ ਕਹਾਉਣ ਵਾਲੀਆਂ ਗੱਲਾਂ ਸਨ, ਪਰ ਰਹਿਤ ਵੇਖ ਕਰਕੇ ਖੁਸ਼ੀ ਨਹੀਂ ਚਿੱਤ ਨੂੰ ਹੋਈ। ਰਹਿਤ ਵੇਖ ਕਰਕੇ ਪਤਾ ਲੱਗਾ ਨਹੀਂ ਇਹ ਤੇ ਖਾਲੀ ਭਾਂਡੇ ਹਨ, ਕੇਵਲ ਜ਼ਬਾਨ ਦਾ ਹੀ ਗਿਆਨ ਹੈ। ਪਰ ਜਦੋਂ ਫਿਰਦਿਆਂ ਫਿਰਦਿਆਂ ਨੂੰ ਭਾਈ ਭੇਟੇ ਜਨ ਸਾਧੂ, ਜਿਹੜੇ ਜਨ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਸਨ, ਜਿਨ੍ਹਾਂ ਜਨਾਂ ਨੇ ਗੁਰੂ ਕੀ ਪਾਵਨ ਚਰਨ ਧੂੜੀ ਪ੍ਰਾਪਤ ਕੀਤੀ ਸੀ, ਜਿਨ੍ਹਾਂ ਜਨਾਂ ਨੂੰ ਮਿਲ ਕਰਕੇ, ਜਿਨ੍ਹਾਂ ਦੇ ਬਾਬਤ ਆਪਾਂ ਪੜ੍ਹਦੇ, ਜਨ ਪਰ ਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰਸਿਓ ਲੈਣ ਮਿਲਾਏ। ਜਦੋਂ ਅਜਿਹੇ ਜਨ ਮਹਾਤਮਾ ਮਹਾਂਪੁਰਖਾਂ ਦੀ ਸੰਗਤ ਹੋ ਗਈ, ਜਦੋਂ ਸਾਧੂਆਂ ਦੀ ਪੂਰਨ ਮਹਾਂਪੁਰਖਾਂ ਦੀ ਸੰਗਤ ਹੋ ਗਈ, ਜਿਨ੍ਹਾਂ ਨੂੰ ਬਾਬਤ ਮਹਾਰਾਜ ਜੀ ਆਪ ਬਖਸ਼ਿਸ਼ ਕਰਦੇ ਨੇ, ਹੈਣ ਵਿਰਲੇ ਨਾਹੀਂ ਘਣੇ ਫੈਲ ਫਕੜ ਸੰਸਾਰ। ਉਹ ਜਿਹੜੇ ਵਿਰਲੇ ਹਨ, ਜਗ ਮਹਿ ਉਤਮ ਕਾਢੀਐ ਵਿਰਲੇ ਕੇਈ ਕੇ। ਉਹ ਜਿਹੜੇ ਉੱਤਮ ਜਾਣ ਜੇ ਸਮੇਂ ਉਹਨਾਂ ਦੀ ਸੰਗਤ ਹੋਈ ਜੀ। ਪੂਰਾ ਗੁਰ ਸਮਝਾਇਆ, ਤੇ ਉਹਨਾਂ ਦੀ ਸੰਗਤ ਦੁਆਰਾ ਪੂਰੇ ਗੁਰੂ ਦਾ ਮਿਲਾਪ ਹੋ ਗਿਆ। ਮਹਾਤਮਾ ਦਾ ਗੁਣ ਹੀ ਇਹੋ ਹੈ ਵੱਡਾ ਜੀ। ਜੇ ਕੋਈ ਪੁੱਛੇ ਜੀ ਪੂਰੇ ਮਹਾਤਮਾ ਦੀ ਕੋਈ ਬਾਹਰੀ ਤੌਰ ਤੇ ਸਾਨੂੰ ਪਤਾ ਲੱਗ ਜਾਵੇ ਕਿਹੋ ਜਿਹੇ ਹੁੰਦੇ ਹਨ, ਤਾਂ ਵੱਡੇ ਤੋਂ ਵੱਡਾ ਗੁਣ ਮਹਾਂਪੁਰਖਾਂ ਦਾ ਇਹ ਹੈ, ਉਹ ਆਪਣੇ ਨਾਲ ਕਿਸੇ ਨੂੰ ਨਹੀਂ ਜੋੜਦੇ। ਆਮ ਤੌਰ ਤੇ ਸਾਡਾ ਸੰਸਾਰੀ ਜੀਵਾਂ ਦਾ ਜਿਹੜਾ ਸੁਭਾਅ ਬਣਿਆ ਹੋਇਆ ਹੈ, ਅਸੀਂ ਯਤਨ ਕਰਦੇ ਹਾਂ ਕਿ ਕੋਈ ਸਾਡੇ ਪਾਸ ਆਵੇ ਤੇ ਸਾਡੇ ਮਗਰ ਹੀ ਲੱਗਾ ਰਵੇ, ਆਡੇ ਤੋਂ ਅਗਾਂਹ ਨਾ ਕਿਤੇ ਵੀ ਚਲਿਆ ਜਾਵੇ। ਧੰਨ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ, ਉਹ ਐਵੇਂ ਨਹੀਂ ਕਹਿੰਦੇ ਜਿਵੇਂ ਪਖੰਡੀ ਕਹਿੰਦੇ ਨੇ, ਕੋਈ ਨਹੀਂ ਭਾ ਤੇਰੇ ਤੇ ਕਿਰਪਾ ਕਰਵਾ ਦਿੰਨੇ, ਕੋਈ ਨਹੀਂ ਬੱਚਾ ਜੀ ਆਇਆ ਤੇ ਕੁਝ ਨਾ ਕੁਝ ਲੈ ਕੇ ਜਾਵੇਂਗਾ। ਉਹ ਪ੍ਰੇਮ ਦੇ ਨਾਲ ਸਮਝਾਉਂਦੇ ਨੇ, ਗੁਰੂ ਕੈ ਸਿੱਖਾ ਅਸੀਂ ਕਿੱਥੋਂ ਇੰਨੇ ਜੋਗੇ ਸਾਂ, ਸਾਡੇ ਤੇ ਵੀ ਦਿਆਲਤਾ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਕੀਤੀ ਹੈ। ਤੂੰ ਆਇਆ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਪਾਵਨ ਧਰਤੀ ਤੇ, ਵੇ ਗੁਰੂ ਕੈ ਲਾਲਾ ਦਾ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਦਰ ਵੇਖ। ਇੱਕ ਜੇ ਐਵੇਂ ਵੀ ਕਹਿ ਲਿਆ ਜਾਵੇ ਕਿ ਪੂਰੇ ਬ੍ਰਹਮੰਡ ਦੇ ਵਿੱਚ ਜਿਤਨੀ ਸ੍ਰਿਸ਼ਟੀ ਪਰਮੇਸ਼ਰ ਦੀ ਰਚੀ ਹੋਈ ਹੈ, ਇੱਕ ਹੀ ਅਜਿਹਾ ਅਸਥਾਨ ਹੈ ਜਿਸ ਸਥਾਨ ਦੇ ਬਾਹਰ ਲਿਖਿਆ ਹੋਇਆ ਹੈ, ਡਿੱਠੇ ਸਭੇ ਥਾਵ ਨਹੀਂ ਤੁਧ ਜਿਹਿਆ। ਇਹੋ ਜਿਹਾ ਅਸਥਾਨ ਹੋਰ ਕੋਈ ਨਹੀਂ। ਗੁਰੂ ਕੈ ਸਿੱਖਾ, ਸਾਡੇ ਤੇ ਵੀ ਬਖਸ਼ਿਸ਼ ਇਸ ਸਤਿਗੁਰੂ ਸਾਹਿਬ ਜੀ ਨੇ ਕੀਤੀ ਹੈ। ਆ ਭਾਈ ਤੇਰੇ ਤੇ ਵੀ ਕਰਵਾ ਦਿੰਦੇ ਆ ਉਸ ਪੂਰੇ ਸਤਿਗੁਰੂ ਸਾਹਿਬ ਜੀ ਦੇ ਨਾਲ ਤੈਨੂੰ ਜੋੜ ਦਈਏ। ਉਹਨਾਂ ਦੀ ਸੰਗਤ ਪਾ ਕਰਕੇ ਅਥਵਾ ਸਾਧ ਸੰਗਤ ਦੀ ਪ੍ਰਾਪਤੀ ਕਰਕੇ ਜਦੋਂ ਪੂਰੇ ਗੁਰੂ ਸਾਹਿਬ ਜੀ ਦਾ ਮਿਲਾਪ ਹੋਇਆ, ਤਾਂ ਸਤਿਗੁਰੂ ਸਾਹਿਬ ਜੀ ਨੇ ਸਮਝਾਇਆ ਹੈ, ਤਾਂ ਜਾ ਕਰਕੇ ਪਤਾ ਲੱਗਾ ਹੈ, ਸਮਝ ਪਈ ਹੈ। ਹੁਣ ਮਨ 'ਚ ਵਿਚਾਰ ਆ ਜਾਵੇਗੀ ਜੀ ਇਹ ਪੂਰੇ ਗੁਰੂ ਇੱਥੇ ਕਿਉਂ ਸ਼ਬਦ ਵਰਤਿਆ ਗਿਆ? ਗੁਰੂ ਵੀ ਕਿਹਾ ਜਾ ਸਕਦਾ ਸੀ। ਹਾਂ ਭਾਈ, ਇਹ ਕਾਰਨ ਹੈ ਇਸ ਦਾ। ਸੋ ਅਯੁੱਧਿਆ ਦੇ ਵਿਦਵਾਨਾਂ ਨੇ 3 ਤਰੀਕਿਆਂ ਦੇ ਗੁਰੂ ਦੀ ਜਿਹੜੀ ਕਥਾ ਲਿਖੀ ਹੈ, ਜੋ ਵੱਡੇ ਮਹਾਂਪੁਰਖਾਂ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਨੇ ਜਥੇ ਨੂੰ ਪੜ੍ਹਾਈ, ਉਹ ਇਸ ਤਰੀਕੇ ਨਾਲ ਹੈ। ਉਹ ਮੰਨਦੇ ਹਨ ਕਿ ਇੱਕ ਪੰਡਤ ਗੁਰੂ ਹੈ, ਇੱਕ ਅਵਧੂਤ ਗੁਰੂ ਹੈ, ਇੱਕ ਮਹਾਂਪੁਰਖ ਗੁਰੂ ਹੁੰਦੇ ਨੇ। ਉਹਨਾਂ ਤਿੰਨਾਂ ਦੀ ਅਵਸਥਾ ਦਾ ਫਰਕ ਦੱਸਦੇ ਨੇ ਕਿ ਜਿਹੜਾ ਪੰਡਤ ਗੁਰੂ ਹੈ ਨਾ, ਜਿਹਨੂੰ ਕੇਵਲ ਤੇ ਕੇਵਲ ਸ਼ਾਸਤਰ ਗਿਆਨ ਹੈ, ਪਰ ਜਿਹਨੂੰ ਆਪਾਂ ਕਹਿ ਦਿੰਦੇ ਅਜੋਕੀ ਭਾਸ਼ਾ ਦੇ ਵਿੱਚ ਕਿ ਥਿਊਰੀ ਤੇ ਹੈ ਪਰ ਪ੍ਰੈਕਟੀਕਲ ਜੀਵਨ ਨਹੀਂ ਹੈ। ਜਿਵੇਂ ਕਿਸੇ ਨੂੰ ਆਪ ਤਰਨਾ ਨਾ ਆਉਂਦਾ ਹੋਵੇ, ਪਰ ਤਰਦਿਆਂ ਨੂੰ ਵੇਖ ਕਰਕੇ ਇਹ ਜਾਣ ਗਿਆ ਹੋਵੇ ਕਿ ਬਾਹਾਂ ਕਿਸ ਤਰ੍ਹਾਂ ਮਾਰਨੀਆਂ ਤੇ ਪੈਰ ਕਿਸ ਤਰ੍ਹਾਂ ਮਾਰਨੇ। ਉਹ ਬਾਹਰ ਖਲੋਤਿਆਂ ਜੇ ਕੋਈ ਥੋੜਾ ਬਹੁਤਾ ਤਰਨਾ ਜਾਣਦਾ ਹੋਵੇ, ਉਹ ਬਹੁਤੀ ਚੰਚਲਤਾ ਹੀ ਨਾ ਹੋਵੇ, ਉਹ ਬਾਹਰ ਖਲੋਤਿਆਂ ਹੋਇਆਂ ਉਹਨੂੰ ਦੱਸ ਸਕਦਾ, ਪਰ ਆਪ ਪਾਰ ਨਹੀਂ ਹੋ ਸਕਦਾ। ਹਾਂ, ਉਹਦੇ ਪਾਸੋਂ ਸੰਸਾ ਤੇ ਨਿਵਰਤ ਹੋ ਜਾਵੇਗਾ, ਪਰ ਗਿਆਨ ਨਹੀਂ ਹੋ ਸਕਦਾ।
ਇਵੇਂ ਇੱਕ ਤੇ ਮੰਨੇ ਗਏ ਨੇ ਪੰਡਤ ਗੁਰੂ, ਕਿ ਜਿਨ੍ਹਾਂ ਦਾ ਆਪਣਾ ਜੀਵਨ ਕੋਈ ਨਹੀਂ ਪਰ ਦੂਸਰਿਆਂ ਨੂੰ ਉਪਦੇਸ਼ ਦਿੰਦੇ ਫਿਰਦੇ ਨੇ। ਮੇਰੇ ਵਰਗੇ ਅਨੇਕਾਂ ਹੀ ਤੁਰੇ ਫਿਰਦੇ ਨੇ ਕਿ ਜੀ ਸਾਡੇ ਪਾਸੋਂ ਉਪਦੇਸ਼ ਲਵੋ, ਅਸੀਂ ਤੁਹਾਨੂੰ ਦੱਸਾਂਗੇ ਅਸੀਂ ਬੜੇ ਚੰਗੇ ਹਾਂ। ਉਹ ਨਹੀਂ। ਸੋ ਇਹਨਾਂ ਨੂੰ ਕਹਿੰਦੇ ਨੇ ਪੰਡਤ ਗੁਰੂ। ਆਪਣਾ ਜੀਵਨ ਨਹੀਂ ਤੇ ਦੂਸਰਿਆਂ ਨੂੰ ਸਮਝਾ ਕਰਕੇ ਸੰਸਾ ਨਿਵਰਤ ਕਰ ਸਕਦੇ ਨੇ, ਪਰ ਗਿਆਨ ਨਹੀਂ ਦੇ ਸਕਦੇ ਪਰਮੇਸ਼ਰ ਦੇ ਗਿਆਨ ਤੋਂ, ਕਿਉਂਕਿ ਆਪ ਹੀ ਨੇ ਹਨ। ਜੇ ਆਪ ਨਹੀਂ ਤੇ ਦੂਸਰੇ ਨੂੰ ਕਿਵੇਂ ਪ੍ਰਾਪਤ ਕਰਵਾ ਦੇਣਗੇ। ਦੂਸਰੇ ਮੰਨੇ ਨੇ ਉਹਨਾਂ ਨੇ ਅਵਧੂਤ ਗੁਰੂ। ਅਵਧੂਤ ਗੁਰੂ ਕਹਿੰਦੇ ਹਨ ਜਿਹਦੀ ਕਿਸੇ ਮਹਾਂਪੁਰਖ ਦੀ ਸੰਗਤ ਕਰਕੇ ਉਹਦੇ ਤੇ ਕਿਰਪਾ ਹੋ ਗਈ ਹੈ, ਆਪ ਤੇ ਤਰ ਗਿਆ ਪਰ ਕਿਸੇ ਨੂੰ ਉਪਦੇਸ਼ ਦੇਣ ਜੋਗਾ ਨਹੀਂ, ਚੁੱਪ ਹੀ ਕਰਕੇ ਬੈਠ ਗਿਆ। ਜਿਵੇਂ ਪਾਣੀ ਦੇ ਵਿੱਚ ਸੋਟੀ ਆਪ ਤੇ ਤਰ ਸਕਦੀ ਹੈ ਪਤਲੀ ਸੋਟੀ, ਉਹਦਾ ਆਸਰਾ ਲੈ ਕਰਕੇ ਕੋਈ ਦੂਸਰਾ ਨਹੀਂ ਤਰ ਸਕਦਾ। ਹਾਂ, ਜੇ ਕਿਤੇ ਕੋਈ ਕੀੜਾ, ਕੋਈ ਕਾਢਾ ਛੋਟਾ ਉਹਦੇ ਤੇ ਚੜ ਜਾਵੇ ਤੇ ਉਹ ਬੰਨੇ ਲੱਗ ਸਕਦਾ ਹੈ। ਇਸੇ ਤਰੀਕੇ ਦੇ ਨਾਲ ਕਹਿੰਦੇ ਉਹਨਾਂ ਦੇ ਪਾਸ ਜਿਹੜਾ ਆਪਣਾ ਮਾਣ ਤਾਣ ਛੱਡ ਕੇ, ਸਾਰਾ ਹੀ ਹੰਕਾਰ ਛੱਡ ਕੇ ਕੋਈ ਉਹਨਾਂ ਦੀ ਸ਼ਰਨ ਵਿੱਚ ਪਿਆ ਰਵੇ ਤੇ ਉਹਦਾ ਤੇ ਉਧਾਰ ਹੋ ਸਕਦਾ ਹੈ, ਪਰ ਬਹੁਤਿਆਂ ਨੂੰ ਉਹ ਤਾਰ ਨਹੀਂ ਸਕਦੇ। ਤੀਸਰੇ ਹਨ ਮਹਾਂਪੁਰਖ ਗੁਰੂ। ਇਹ ਵਿਦਵਾਨ ਮੰਨਦੇ ਨੇ ਕਿ ਜਿਹੜੇ ਆਪ ਪੜ੍ਹੇ ਹੋਏ ਵੀ ਨੇ, ਜਿਨ੍ਹਾਂ ਦਾ ਅਮਲੀ ਜੀਵਨ ਵੀ ਇਹ ਹੈ, ਜਿਨ੍ਹਾਂ ਨੇ ਕੇਵਲ ਤੇ ਕੇਵਲ ਲੋਕਾਂ ਨੂੰ ਸੁਣਾਉਣ ਵਾਸਤੇ ਵਿਦਿਆ ਨਹੀਂ ਪੜ੍ਹੀ, ਜਿਨ੍ਹਾਂ ਨੇ ਕੇਵਲ ਤੇ ਕੇਵਲ ਇਹ ਨਹੀਂ ਕਿ ਦੂਸਰੇ ਨੂੰ ਸੁਣਾਉਣ ਵਾਸਤੇ ਬਾਣੀ ਕੰਠ ਕੀਤੀ ਹੋਈ ਹੈ, ਨਹੀਂ, ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਵੀ ਅਪਣਾਈ ਹੈ। ਉਹਨਾਂ ਦੀ ਅਵਸਥਾ ਕੀ ਹੈ? ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਏਕ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਜਿਹੜੇ ਐਸੇ ਮਹਾਤਮਾ ਮਹਾਂਪੁਰਖ ਹਨ ਜਿਨ੍ਹਾਂ ਦੇ ਮਨ ਵਿੱਚ ਵੀ ਸੱਚਾ ਪਰਮੇਸ਼ਰ ਵਾਹਿਗੁਰੂ ਹੈ, ਮੁਖ ਦੇ ਉੱਤੇ ਵੀ ਸੱਚਾ ਅਕਾਲ ਪੁਰਖ ਵਾਹਿਗੁਰੂ ਹੈ। ਜਿਵੇਂ ਕਿ ਸੋ ਇਹਦਾ ਅੰਤਰ ਵੇਖਣਾ ਹੋਵੇ ਪੰਡਿਤ ਗੁਰੂ ਦਾ ਤੇ ਮਹਾਤਮਾ ਗੁਰੂ ਦਾ, ਤੇ ਬੜਾ ਸੁੰਦਰ ਪ੍ਰਮਾਣ ਖਾਲਸੇ ਦੇ ਜੀਵਨ ਵਿੱਚੋਂ ਆਉਂਦਾ ਹੈ। ਸੰਤ ਬਾਬਾ ਅਤਰ ਸਿੰਘ ਜੀ ਦੇ ਪਾਸ, ਮਸਤੂਆਣਾ ਵਾਲੇ ਮਹਾਂਪੁਰਖਾਂ ਦੇ ਪਾਸ ਇੱਕ ਗਿਆਨੀ ਗੁਰਮੁਖ ਪਿਆਰੇ ਹੋਏ ਨੇ, ਪੰਥ ਦੇ ਬੜੇ ਮਹਾਨ। ਉਹਨਾਂ ਨੇ ਗੁਰਬਾਣੀ ਦੀ ਕਥਾ, ਬੇਗਮਪੁਰਾ ਸ਼ਹਿਰ ਕੋ ਨਾਓ, ਦੁਖ ਅੰਦੋਹ ਨਹੀਂ ਤੇ ਠਾਓ, ਨਾ ਤਸਵੀਜ ਖਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ, ਇਸ ਸ਼ਬਦ ਦੇ ਪਾਵਨ ਅਰਥ ਕੀਤੇ ਤੇ ਬੜਾ ਸੁੰਦਰ ਨਕਸ਼ਾ ਬਣ ਕੇ ਵਿਖਾਲਿਆ ਕਿ ਐਵੇਂ ਐਵੇਂ ਦਾ ਉਹ ਸ਼ਹਿਰ ਹੋਵੇਗਾ। ਜਿਸ ਸਮੇਂ ਉਹ ਵਿਖਾਲਿਆ ਤੇ ਮਹਾਂਪੁਰਖ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਕਹਿਣ ਲੱਗੇ, ਭਾਈ ਜੀ, ਗਿਆਨੀ ਜੀ, ਇਹ ਜਿਹੜਾ ਸ਼ਹਿਰ ਹੈ ਕਦੀ ਆਪ ਜੀ ਨੇ ਵੇਖਿਆ ਹੈ? ਹੱਸ ਪਏ ਗਿਆਨੀ ਜੀ, ਕਹਿਣ ਲੱਗੇ, ਮਹਾਂਪੁਰਖੋ ਕਿਹੜੀਆਂ ਭੋਲੀਆਂ ਗੱਲਾਂ ਕਰਦੇ ਜੀ, ਇਹ ਤੇ ਕਹਿਣ ਸੁਣਨ ਦੀਆਂ ਬਾਤਾਂ ਨੇ, ਕਦੀ ਇਹੋ ਜਿਹਾ ਸ਼ਹਿਰ ਹੁੰਦਾ ਵੀ ਹੈ? ਧੰਨ ਪਰਮੇਸ਼ਰ ਦੇ ਪਿਆਰੇ ਮਹਾਂਪੁਰਖ ਚਿੱਤ ਚ ਆਇਆ, ਇਹ ਗੁਰੂ ਘਰ ਦਾ ਪ੍ਰਚਾਰਕ ਹੈ, ਕਿਤੇ ਸੰਸੇ ਵਿੱਚ ਹੀ ਨਾ ਸੰਸਾਰ ਤੋਂ ਚਲਿਆ ਜਾਵੇ। ਕਹਿਣ ਲੱਗੇ, ਅੱਛਾ ਸਿੰਘਾ, ਬਿਲਕੁਲ ਨਹੀਂ ਹੁੰਦਾ? ਕਹਿੰਦੇ ਜੀ ਬਿਲਕੁਲ ਨਹੀਂ, ਅਸੀਂ ਤੇ ਨਹੀਂ ਵੇਖਿਆ। ਮੋਢੇ ਤੇ ਹੱਥ ਰੱਖਿਆ, ਝਲਕਾਰਾ ਵਿਖਾਲ ਦਿੱਤਾ ਉਸ ਬੇਗਮਪੁਰਾ ਸ਼ਹਿਰ ਦੇ ਨਾਂ ਦਾ। ਜਿਹੜਾ ਬੇਗਮਪੁਰਾ ਦੱਸਿਆ ਸੀ ਉਹਦੇ ਸਾਰੇ ਦਰਸ਼ਨ ਕਰਾ ਦਿੱਤੇ। ਸੋ ਰੋਮ ਰੋਮ ਦੇ ਵਿੱਚ ਖੜਾ ਆ ਗਿਆ ਗੁਰਮੁਖ ਪਿਆਰਿਆਂ ਦੇ, ਵਿਦਵਾਨਾਂ ਦੇ। ਜਿਸ ਸਮੇਂ ਉਹ ਝਲਕਾਰਾ ਸਮਾਪਤ ਹੋਇਆ, ਹੱਥ ਜੋੜੇ, ਮਹਾਂਪੁਰਖੋ ਫਿਰ ਕਿਰਪਾ ਕਰੋ। ਕਹਿਣ ਲੱਗੇ, ਨਹੀਂ ਗਿਆਨੀ ਜੀ, ਕੇਵਲ ਵਿਖਾਲਣਾ ਸੀ, ਤੁਹਾਡੇ ਚਿੱਤ 'ਚ ਕਿਤੇ ਸੰਸਾ ਨਾ ਰਹਿ ਜਾਂਦਾ। ਹੁਣ ਆਪੇ ਹੀ ਮਿਹਨਤ ਕਰਕੇ ਪਰਮੇਸ਼ਰ ਵਾਹਿਗੁਰੂ ਦੀ ਪ੍ਰੇਮਾ ਭਗਤੀ ਕਰਕੇ ਤੇ ਇਸ ਆਨੰਦ ਨੂੰ ਮਾਣ ਲਵੋ। ਇਹ ਆਨੰਦ ਹੈ, ਕੇਵਲ ਤੇ ਕੇਵਲ ਗੁਰੂ ਕੀ ਬਾਣੀ ਕਹਿਣ ਮਾਤਰ ਨਹੀਂ। ਐਸੇ ਹਨ ਮਹਾਤਮਾ ਮਹਾਂਪੁਰਖ ਜਿਨ੍ਹਾਂ ਦੀ ਸੰਗਤ ਵਿੱਚ ਜਿਹੜੇ ਆਪ ਵੀ ਗਿਆਨੀ ਨੇ, ਹੋਰਨਾਂ ਨੂੰ ਗਿਆਨ ਦੇ ਸਕਦੇ ਨੇ ਤੇ ਹੋਰਨਾਂ ਤੇ ਕਿਰਪਾ ਕਰਕੇ ਪਰਮੇਸ਼ਰ ਵਾਹਿਗੁਰੂ ਦੀ ਪ੍ਰਾਪਤੀ ਕਰਵਾ ਸਕਦੇ ਨੇ। ਇਹਨਾਂ ਨੂੰ ਵੀ ਗੁਰੂ ਕਹਿੰਦੇ ਹਨ। ਇਸੇ ਤਰੀਕੇ ਦੇ ਨਾਲ 4 ਤਰੀਕਿਆਂ ਦੇ ਗੁਰੂਆਂ ਦਾ ਵਰਣਨ ਸੋ ਸਿੱਖ ਵਿਦਵਾਨਾਂ ਨੇ ਕੀਤਾ। ਇੱਕ ਨੂੰ ਕਹਿੰਦੇ ਨੇ ਭ੍ਰਿੰਗੀ ਗੁਰੂ, ਇੱਕ ਨੂੰ ਕਹਿੰਦੇ ਨੇ ਪਾਰਸ ਗੁਰੂ, ਇੱਕ ਨੂੰ ਆਖਦੇ ਨੇ ਚੰਦਨ ਗੁਰੂ, ਤੇ ਇੱਕ ਨੂੰ ਦੱਸਦੇ ਨੇ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਪੂਰੇ ਗੁਰੂ। ਜਿਹੜਾ ਤੇ ਭਾਈ ਭ੍ਰਿੰਗੀ ਗੁਰੂ ਹੈ, ਉਹਦਾ ਸੁਭਾਅ ਕੀ ਹੈ? ਜਿਵੇਂ ਭ੍ਰਿੰਗੀ ਕੀੜਾ, ਜਿਹੜਾ ਭ੍ਰਿੰਗੀ ਕੀੜਾ ਉਹ ਕੁਝ ਜਾਤੀ ਦੇ ਕੀੜਿਆਂ ਨੂੰ ਆਪਣੇ ਦਰਵਾਜ਼ੇ ਦੇ ਉੱਤੇ ਰੱਖ ਕਰਕੇ ਆਪਣੇ ਵਰਗਾ ਹੀ ਬਣਾ ਲੈਂਦਾ, ਪਰ ਉਹਦੇ ਵਿੱਚ ਕੁਝ ਜਾਤੀ ਸੀਮਤ ਹੈ। ਉਹ ਸਾਰੇ ਕੀੜਿਆਂ ਨੂੰ ਆਪਣੇ ਵਰਗਾ ਨਹੀਂ ਬਣਾਉਂਦਾ। ਇਵੇਂ ਸੰਸਾਰ ਦੇ ਵਿੱਚ ਕੁਝ ਗੁਰੂ ਅਜਿਹੇ ਵੀ ਹਨ ਜਿਹੜੇ ਕੁਝ ਜਾਤਾਂ ਨੂੰ ਤੇ ਉਪਦੇਸ਼ ਦਿੰਦੇ ਨੇ, ਪਰ ਦੂਸਰਿਆਂ ਨੂੰ ਕਹਿੰਦੇ ਨੇ, ਨਹੀਂ ਭਾਈ, ਤੁਹਾਨੂੰ ਅਸੀਂ ਉਪਦੇਸ਼ ਨਹੀਂ ਦੇ ਸਕਦੇ। ਜਿਵੇਂ ਕਿ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਕਦੀ ਇਹ ਕਾਨੂੰਨ ਬਣਿਆ ਹੋਇਆ ਸੀ ਕਿ ਜਿਹੜਾ ਸ਼ੂਦਰ ਤੇ ਵੈਸ ਹੈ ਉਹ ਉਪਦੇਸ਼ ਦ੍ਰਿੜ ਨਹੀਂ ਕਰਵਾ ਸਕਦਾ ਤੇ ਨਾ ਕਰ ਸਕਦਾ। ਇੱਥੋਂ ਤੱਕ ਜੇ ਸ਼ੂਦਰ ਆਪਣੀ ਜ਼ੁਬਾਨ ਤੋਂ
ਵੇਦ ਮੰਤਰ ਦਾ ਉਚਾਰਨ ਕਰੇ ਉਹਦੀ ਜ਼ਬਾਨ ਕੱਟ ਦਿੱਤੀ ਜਾਵੇ। ਜੇ ਕੰਨਾਂ ਨਾਲ ਸੁਣੇ ਤੇ ਕੰਨਾਂ 'ਚ ਸਿੱਕਾ ਢਾਲ ਕਰਕੇ ਪਾ ਦਿੱਤਾ ਜਾਵੇ। ਕੇਵਲ ਬ੍ਰਾਹਮਣ ਨੂੰ ਹੀ ਇਹ ਅਧਿਕਾਰ ਸੀ ਕਿ ਉਹ ਵਿਦਿਆ ਪੜ੍ਹ ਸਕਦਾ ਹੈ ਤੇ ਆਪਣੇ ਗਾਂ ਨਿਆਣਿਆਂ ਨੂੰ ਪੜ੍ਹਾ ਸਕਦਾ ਹੈ। ਜਿਹੜਾ ਛਤਰੀ ਹੈ ਉਹਦੇ ਗ੍ਰਹਿ ਵਿਖੇ ਜਾ ਕਰਕੇ ਉਸ ਨੂੰ ਵਿਦਿਆ ਸੁਣਾ ਕਰਕੇ ਤੇ ਮੁਕਤ ਕੀਤਾ ਜਾ ਸਕਦਾ ਹੈ। ਪਰ ਉਹਨੂੰ ਗੁਰਮੁਖ ਪਿਆਰਿਆਂ ਨੇ ਮੰਨਿਆ ਕਿ ਇਹ ਭ੍ਰਿੰਗੀ ਗੁਰੂ ਦੀ ਨਿਆਈ ਹੈ। ਭ੍ਰਿੰਗ ਦਾ ਜਿਵੇਂ ਸੁਭਾਅ ਹੈ ਕਿ ਕੁਝ ਕੀੜਿਆਂ ਨੂੰ ਆਪਣੇ ਵਰਗੇ ਬਣਾ ਸਕਦਾ ਹੀ ਹੈ, ਪਰ ਸਾਰਿਆਂ ਨੂੰ ਨਹੀਂ, ਸਾਰੀਆਂ ਜਾਤਾਂ ਨੂੰ ਨਹੀਂ। ਦੂਸਰਾ ਹੈ ਜੀ ਪਾਰਸ ਗੁਰੂ। ਪਾਰਸ ਗੁਰੂ ਦਾ ਕੀ ਸੁਭਾਅ ਹੈ? ਜਿਵੇਂ ਪਾਰਸ 7 ਧਾਤਾਂ ਨੂੰ ਲੱਗ ਕਰਕੇ ਉਸ ਨੂੰ ਸੋਨਾ ਬਣਾ ਦਿੰਦਾ ਹੈ, ਪਰ ਉਹਦੇ ਵਿੱਚ ਇਹ ਸ਼ਕਤੀ ਨਹੀਂ ਕਿ ਗਾਂ ਸੋਨੇ ਤੋਂ ਸੋਨਾ ਪੈਦਾ ਹੋ ਸਕੇ। ਉਹ ਆਪਣੇ ਵਰਗਾ ਕਿਸੇ ਨੂੰ ਨਹੀਂ ਕਰ ਸਕਦਾ। ਪਾਰਸ ਨੇ ਭਾਈ ਧਾਤ ਨੂੰ ਲੱਗ ਕਰਕੇ ਸੋਨਾ ਤੇ ਬਣਾ ਦਿੱਤਾ, ਪਰ ਸੋਨੇ ਤੋਂ ਅਗਾਂਹ ਸੋਨਾ ਨਹੀਂ ਬਣ ਸਕਦਾ। ਇਹ ਉਹਦੇ ਵਿੱਚ ਦੋਸ਼ ਹੈ। ਤੀਸਰਾ ਹੈ ਚੰਦਨ ਗੁਰੂ। ਜਿਸ ਸਮੇਂ ਬਸੰਤ ਰੁੱਤ ਆਉਂਦੀ ਹੈ, ਜਿੰਨੇ ਵੀ ਚੰਦਨ ਦੇ ਲਾਗੇ ਬੂਟੇ ਹਨ ਉਹਨਾਂ ਸਾਰਿਆਂ ਨੂੰ ਹੀ ਚੰਦਨ ਸਰੂਪ ਕਰ ਦਿੰਦਾ, ਪਰ ਉਹ ਇੱਕ ਰੁੱਤ ਹੈ, ਇੱਕ ਸਮਾਂ ਹੈ। ਜੇ ਉਹ ਸਮੇਂ ਤੋਂ ਬਾਅਦ ਕੋਈ ਉੱਥੇ ਹੋਵੇ, ਰੁੱਖ ਨਵਾਂ ਪੈਦਾ ਹੋਵੇ, ਉਹ ਚੰਦਨ ਨਹੀਂ ਬਣ ਸਕਦਾ। ਇਸ ਕਰਕੇ ਭਾਈ ਪੂਰੇ ਗੁਰੂ ਦਾ ਕੀ ਸੁਭਾਅ ਹੈ? ਜਿਵੇਂ ਦੀਵਾ ਇੱਕ ਦੀਵੇ ਤੋਂ ਦੂਸਰੇ ਦੀਵੇ ਦੀ ਉਨੀ ਰੋਸ਼ਨੀ ਹੁੰਦੀ ਹੈ ਤੇ ਉਹ ਤੋਂ ਅਗਾਂਹ ਦੀਵਾ ਜਲਦਾ ਜਾਂਦਾ ਹੈ। ਜਨ ਦੀਪਕ ਸੇ ਦੀਪ ਜਲਾਇਓ। ਜਿਵੇਂ ਦੀਵੇ ਤੋਂ ਦੀਵਾ ਜਲਾਇਆ ਜਾਂਦਾ, ਜਿਵੇਂ ਗੁਰਦੇਵ ਜੀ ਦੇ ਘਰ ਦੇ ਵਿੱਚ ਬਖਸ਼ਿਸ਼ ਹੈ। ਜੋ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਹਨ, ਉਹੋ ਹੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਹਨ। ਆਪਣੇ ਤੋਂ ਆਗਾਹਾਂ ਦੀ ਅਗਾਂਹ ਉਹੋ ਹੀ ਜੋਤ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਹਨ। ਉਹੋ ਹੀ ਜੋਤ ਆਪਣੇ ਪਿਆਰੇ ਮਹਾਂਪੁਰਖਾਂ ਚ ਪਾਈ, ਗੱਦੀ ਬਾ ਗੱਦੀ, ਪੀੜੀ ਦਰ ਪੀੜੀ ਮਹਾਂਪੁਰਖਾਂ ਦੇ ਪਾਸ ਜਿਹੜੇ ਮਹਾਤਮਾ ਪਹੁੰਚ ਗਏ, ਉਹਨਾਂ ਨੂੰ ਵੀ ਆਪਣੇ ਵਰਗੇ ਬਣਾ ਦਿੰਦੇ ਨੇ। ਭਾਵੇਂ ਕਿਸੇ ਜਾਤੀ ਦੇ ਹੋਣ, ਭਾਵੇਂ ਕਿਸੇ ਧਰਮ ਦਾ ਹੋਵੇ, ਭਾਵੇਂ ਕਿਤਿਓਂ ਵੀ ਚੱਲ ਕੇ ਆਇਆ ਹੋਵੇ, ਇਹ ਪਰਮੇਸ਼ਰ ਦੇ ਪਿਆਰੇ ਵੀ ਇਹ ਕਿਰਪਾ ਕਰਦੇ ਹਨ। ਇੱਥੇ ਤਾਂ ਕਰਕੇ ਬਖਸ਼ਿਸ਼ ਕੀਤੀ ਹੈ, ਪੂਰੇ ਗੁਰ ਸਮਝਾਇਆ। ਉਹ ਜਿਹੜੇ ਪੂਰੇ ਸਤਿਗੁਰੂ ਸਾਹਿਬ ਜੀ ਹਨ, ਜਿਹੜੇ ਦੀਵੇ ਦੀ ਤਰ੍ਹਾਂ ਗਿਆਨ ਬਖਸ਼ਣ ਵਾਲੇ ਹਨ, ਜੈਸੇ ਆਪ ਨੇ ਵੈਸੇ ਹੀ ਆਪਣੇ ਪਿਆਰਿਆਂ ਨੂੰ ਕਰ ਦਿੰਦੇ ਨੇ। ਇੱਥੋਂ ਤੱਕ ਕਿ ਵਧੀਕ ਵੀ ਕਰ ਦਿੰਦੇ। ਵਧੀਕ ਕਿੱਥੇ ਕੀਤਾ ਜੀ? ਵਧੀਕ ਮੇਰੇ ਕਲਗੀਧਰ ਪ੍ਰੀਤਮ ਸਤਿਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ। ਪਹਿਲਾਂ ਤੇ ਰਹਿਮਤ ਦੇ ਘਰ ਵਿੱਚ ਆਏ, ਪੁੱਛਿਆ ਮਹਾਰਾਜ ਇਹ ਜਿਹੜਾ ਪੰਥ ਸਾਜਿਆ ਹੈ, ਆ ਜਿਹੜੇ ਸ਼ਸਤਰ ਧਾਰੀ ਕਰ ਦਿੱਤੇ ਜੇ, ਕੇਸਾ ਧਾਰੀ ਕਰ ਦਿੱਤੇ ਜੇ, ਮਹਾਰਾਜ ਇਹ ਕਿਹੋ ਜਿਹੇ ਨੇ? ਕਹਿਣ ਲੱਗੇ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਨਿਵਾਸ। ਅੱਛਾ ਮਹਾਰਾਜ ਇਹ ਤੁਹਾਡਾ ਖਾਸ ਰੂਪ ਹੈ? ਕਹਿਣ ਲੱਗੇ ਨਹੀਂ ਭਾਈ, ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸ ਕਾ ਚੇਰਾ। ਜੇ ਇਹ ਰਹਿਤ ਵਿੱਚ ਰਹਿਣਗੇ ਤੇ ਇਹਨਾਂ ਤੇ ਸ਼ੰਕਾ ਨਾ ਕਰਿਓ, ਇਹ ਮੇਰੇ ਗੁਰੂ ਦੀ ਨਿਆਈ ਹਨ, ਮੈਂ ਇਹਨਾਂ ਦਾ ਚੇਲਾ ਹਾਂ। ਧੰਨ ਸਤਿਗੁਰੂ ਸਾਹਿਬ ਜੀ ਐਸੇ ਗੁਰਦੇਵ ਜੀ ਦੇ ਪਾਸ ਜਿਸ ਸਮੇਂ ਆਏ ਪੂਰੇ ਗੁਰੂਆਂ ਦੇ ਕੋਲ, ਉਹ ਸਤਿਗੁਰੂ ਸਾਹਿਬ ਜੀ ਨੇ ਫਿਰ ਸਮਝਾਉਣਾ ਕੀਤਾ ਜੀ। ਆਨ ਸਗਲ ਬਿਦ ਕਾਮ ਨਾ ਆਵੇ। ਬੇਨਤੀ ਕੀ ਸੀ ਮਹਾਰਾਜ? ਬੜੇ ਯਤਨ ਕੀਤੇ ਨੇ, ਬੜੇ ਭੱਜ ਦੌੜ ਕਰਕੇ ਵੇਖ ਲਈਏ, ਬੜਾ ਚਿਰ, ਜਿਵੇਂ ਆਮ ਸਾਡੀ ਦੇਸੀ ਭਾਸ਼ਾ ਮਹਾਰਾਜ, ਬੜਾ ਚਿਰ ਹੋ ਗਿਆ ਜਪਦਿਆਂ ਨੂੰ, ਕੋਈ ਗੱਲ ਨਹੀਂ ਬਣਦੀ ਜੀ। ਕਹਿੰਦੇ ਫਿਰ ਗੁਰਸਿੱਖਾ ਹੋਰ ਕੋਈ ਵਿਧੀ, ਹੋਰ ਕੋਈ ਢੰਗ, ਹੋਰ ਕੋਈ ਤਰੀਕਾ ਤੇਰੇ ਕੰਮ ਨਹੀਂ ਆਉਣਾ, ਕੀ ਕਰਿਆ ਕਰਾਂ? ਹਰ ਹਰ ਨਾਮ ਧਿਆਇਆ। ਕਹਿੰਦੇ ਪੂਰੇ ਸਤਿਗੁਰੂ ਸਾਹਿਬ ਜੀ ਨੇ ਸਮਝਾਇਆ ਕਿ ਹੋਰ ਕੋਈ ਤਰੀਕਾ ਕੰਮ ਵਾਲਾ ਨਹੀਂ ਹੂੰ। ਵੇਖ ਤੈਨੂੰ ਪਰਮੇਸ਼ਰ ਵਾਹਿਗੁਰੂ ਦਾ ਨਾਮ ਜਪਣਾ ਪਵੇਗਾ। ਪਰਮੇਸ਼ਰ ਵਾਹਿਗੁਰੂ ਦੇ ਨਾਮ ਜਪਣੇ ਕਰਕੇ ਤੇਰੀ ਮੁਕਤੀ ਹੋ ਸਕਦੀ ਹੈ। ਜੇ ਪਰਮੇਸ਼ਰ ਦਾ ਨਾਮ ਨਾ ਜਪਿਆ ਤੇ ਸੱਜਣਾ ਮੁਕਤੀ ਨਹੀਂ। ਮਹਾਰਾਜ ਕੋਈ ਪ੍ਰਮਾਣ ਦਵੋ, ਕਿਸ ਤਰੀਕੇ ਦੇ ਨਾਲ ਮੈਂ ਮੁਕਤ ਹੋ ਜਾਵਾਂਗਾ? ਕੋਈ ਹੈ, ਕੋਈ ਐਗਜ਼ਾਮਪਲ ਹੈ ਪਹਿਲਾਂ ਜਿਹੜੀ ਮੈਨੂੰ ਦੱਸ ਸਕੋ? ਤੇ ਗੁਰਦੇਵ ਜੀ ਬਖਸ਼ਿਸ਼ ਕਰਦੇ ਨੇ, ਨੀਚ ਕੁਲ ਹਰ ਜਪਤਿਆ ਉੱਤਮ ਪਦਵੀ ਪਾਇਓ। ਇਹ ਨੀਚ ਕੁਲਾਂ ਦੇ ਵਿੱਚੋਂ ਜਪਣ ਕਰਕੇ ਵੀ ਉੱਤਮ ਪਦਵੀ ਨੂੰ ਪ੍ਰਾਪਤ ਹੋਏ ਨੇ। ਇਸ ਕਰਕੇ ਵੇਖ ਗੋਬਿੰਦ 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 ਸੰਗ, ਨਾਮ ਦਿਓ ਮਨ ਲੀਨਾ, ਆੜ ਦਾਮ ਕੋਸ਼ੀ ਪਰੋ ਹੋਇਓ ਲਾਖੀਨਾ। ਤੰਨਾ ਬੁੰਨਾ ਤਿਆਗ ਕੇ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੋ ਲਾਹਰੋ ਭਇਓ ਗੁਣੀ ਗਹੀਰਾ। ਰਵਿਦਾਸ ਧਵੰਤਾ ਢੋਰ ਨੀਤ ਤਿਨ ਤਿਆਗੀ ਮਾਇਆ, ਪ੍ਰਗਟ ਹੋਵਾ ਸਾਧ ਸੰਗ ਤਿਨ ਦਰਸ਼ਨ ਪਾਇਆ। ਸੈਣ ਨਾਈ ਬੁਤਕਾਰੀਆ ਉਹ ਘਰ ਘਰ ਸੁਣਿਆ, ਹਿਰਦੇ ਵਸਿਆ ਪਾਰ ਬ੍ਰਹਮ ਭਗਤਾ ਮਹਿ ਗਣਿਆ। ਇਹ ਬਿਦ ਸੁਣ ਕੇ ਜੱਟ ਰੋ ਉੱਠ ਭਗਤੀ ਲਾਗਾ, ਮਿਲੇ ਪ੍ਰਤੱਖ ਗਸਾਈਆ ਧੰਨਾ ਵੱਡ ਭਾਗਾ।
ਵੇਖ ਗੁਰੂ ਕੈ ਸਿੱਖਾ ਹੋਰ ਕੋਈ ਤਰੀਕਾ ਨਹੀਂ ਹੋ, ਕੇਵਲ ਇੱਕੋ ਹੀ ਤਰੀਕਾ ਹੈ ਨਾਮ ਜਪ। ਜਦੋਂ ਇਹ ਸਮਝਾਇਆ ਫਿਰ ਕਹਿੰਦੇ ਅਸੀਂ ਵੀ ਉੱਠ ਕਰਕੇ ਜਪਣਾ ਕੀਤਾ ਜੀ। ਤਾਤੇ ਮੋਹੇ ਧਾਰੀ ਓਟ ਗੋਪਾਲ। ਜਦੋਂ ਪਤਾ ਲੱਗ ਗਿਆ ਭਗਤ ਕਬੀਰ ਜੀ ਵੀ ਤਰ ਗਏ ਨੇ, ਭਗਤ ਨਾਮਦੇਵ ਜੀ ਵੀ ਤਰ ਗਏ ਨੇ, ਭਗਤ ਸੈਣ ਜੀ ਵੀ ਤਰ ਗਏ ਨੇ, ਭਗਤ ਸੂਰਦਾਸ ਜੀ ਵੀ ਤਰ ਗਏ ਹਨ। ਜਦੋਂ ਸਾਰੇ ਤਰਦੇ ਸੁਣੇ ਵੇਖੇ ਫਿਰ ਹੋਰ ਪਤਾ ਲੱਗਾ ਇੱਥੇ ਤੇ ਭਾਈ ਵੱਡੇ ਵੱਡੇ ਚੋਰ ਹੰਕਾਰੀ ਵਲੀ ਕੰਧਾਰੀ ਵਰਗੇ ਜਿਹੜੇ ਹੰਕਾਰ ਚੁੱਕੀ ਫਿਰਦੇ ਸੀ ਉਹਨਾਂ ਦਾ ਵੀ ਉਧਾਰ ਹੋ ਗਿਆ। ਸੋ ਇਸ ਕਰਕੇ ਇੱਥੇ ਪੂਤਨਾ ਵਰਗੀਆਂ ਪਾਪਣਾ ਵੀ ਤਰ ਗਈਆਂ ਪਰਮੇਸ਼ਰ ਦੇ ਦਰ ਤੇ ਆਣ ਕਰਕੇ। ਜਦੋਂ ਇਹ ਸਾਰੀ ਗੱਲ ਪਤਾ ਲੱਗ ਗਈ ਤੇ ਫਿਰ ਕਹਿੰਦੇ ਹਰੀ ਪਰਮੇਸ਼ਰ ਵਾਹਿਗੁਰੂ ਦੀ ਜਿਹੜਾ ਗੋਪਾਲ ਪ੍ਰਿਥਵੀ ਦਾ ਪਾਲਣਹਾਰਾ ਹੈ ਨਾ, ਉਹਦੀ ਕਹਿੰਦੇ ਓਟ ਧਾਰਨ ਕੀਤੀ ਹੈ ਜੀ। ਸਰਨ ਪਰਿਓ ਪੂਰਨ ਪਰਮੇਸ਼ਰ। ਕਹਿੰਦੇ ਜਦੋਂ ਦੇ ਪੂਰਨ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਦੀ ਸ਼ਰਨ ਵਿੱਚ ਪਏ ਹਾਂ, ਬਿਨ ਸੇ ਸਗਲ ਜੰਜਾਲ। ਕਹਿੰਦੇ ਸਾਰੇ ਜੰਜਾਲ ਜਿਹੜੇ ਸਨ ਨਾ ਮੋਹ ਮਾਇਆ ਦੇ ਜਿਹੜੇ ਪਏ ਹੋਏ ਸਨ, ਜਿੱਧਰ ਨੂੰ ਵੀ ਤੁਰਦੇ ਸਾਂ ਇਹ ਮੋਹ ਮਾਇਆ ਦੀਆਂ ਤੰਦਾਂ ਜਕੜ ਕਰਕੇ ਸੋਟੀ ਲੈਂਦੀਆਂ ਸਨ, ਉਹ ਸਾਰੇ ਦੇ ਸਾਰੇ ਜੰਜਾਲ ਨਾਸ ਹੋ ਗਏ ਹਨ। ਰਹਾਉ ਵਿਸਰਾਮ ਦੇ ਕਰਕੇ ਬਖਸ਼ਿਸ਼ ਕਰਦੇ ਹਨ। ਸੁਰਗ ਮਿਰਤ ਪਿਆਲ ਭੂ ਮੰਡਲ। ਮਹਾਰਾਜ ਜੀ ਇਹ ਜਿਹੜੀ ਤੁਹਾਡੀ ਮਾਇਆ ਇਹ ਕਿੱਥੇ ਕਿੱਥੇ ਕੰਮ ਕਰਦੀ ਹੈ, ਕਿਰਪਾ ਕਰਕੇ ਦੱਸੋ ਸਾਂ। ਅੱਛਾ ਜੀ, ਜੇ ਭਲਾ ਅਸੀਂ ਦੇਸ਼ ਬਦਲ ਦਈਏ, ਜੇ ਭਲਾ ਅਸੀਂ ਆ ਲੋਕ ਬਦਲ ਦਈਏ ਤੇ ਇਹ ਜਿਹੜੀ ਮਾਇਆ ਹੈ ਇਹ ਕੰਮ ਕਰਨੋਂ ਹਟ ਜਾਵੇਗੀ। ਸਾਨੂੰ ਪਤਾ ਲੱਗਾ ਹੈ ਇੱਕ ਮਿਰਤ ਮੰਡਲ ਹੈ, ਇੱਕ ਸੁਰਗ ਲੋਕ ਹੈ, ਇਸੇ ਤਰੀਕੇ ਦੇ ਨਾਲ ਮਿਰਤ ਲੋਕ ਹੈ, ਪਿਆਲ ਲੋਕ ਹੈ। ਸਾਨੂੰ ਦੱਸੋ ਇਹ ਮਾਇਆ ਜਿਹੜੀ ਇਹ ਸਾਰਿਆਂ ਥਾਵਾਂ ਤੇ ਪਹੁੰਚਦੀ ਹੈ ਜਾਂ ਜੇ ਭਲਾ ਦੇਸ਼ ਬਦਲ ਦਈਏ, ਜੇ ਲੋਕ ਹੀ ਬਦਲ ਦਈਏ? ਤੁਹਾਡੇ ਅੱਗੇ ਬੇਨਤੀ ਕਰਕੇ ਅਸੀਂ ਸੁਰਗ ਲੋਕ ਵਿੱਚ ਜਾ ਕੇ ਰਹਿਣ ਲੱਗ ਪਈਏ ਤੇ ਫਿਰ ਭਲਾ ਇਹ ਮਾਇਆ ਸਾਨੂੰ ਲੱਗੇਗੀ ਨਹੀਂ। ਗੁਰਦੇਵ ਕਹਿੰਦੇ ਸੁਰਗ ਮਿਰਤ ਪਿਆਲ ਭੂ ਮੰਡਲ। ਭਾਈ ਸੁਰਗ ਦੇ ਵਿੱਚ ਵੀ, ਸੁਰਗ ਲੋਕ ਵਿੱਚ ਵੀ, ਮਿਰਤ ਮਾਤ ਲੋਕ ਵਿੱਚ ਵੀ, ਫਿਰ ਇਸੇ ਦੀ ਤਰੀਕੇ ਦੇ ਨਾਲ ਪਿਆਲ ਪਤਾਲ ਲੋਕ ਵਿੱਚ ਵੀ, ਭੂ ਮੰਡਲ ਜਿਹੜੀ ਇੱਕ ਆਂਡਾਕਾਰ ਪ੍ਰਿਥਵੀ ਹੈ ਇਸ ਦੇ ਵਿੱਚ ਵੀ ਸਗਲ ਵਿਆਪੇ ਮਾਏ। ਸਾਰਿਆਂ ਥਾਵਾਂ ਦੇ ਉੱਤੇ ਮਾਇਆ ਵਿਆਪ ਰਹੀ ਹੈ। ਜੇ ਸਵਰਗ ਲੋਕ ਵਿੱਚ ਮਾਇਆ ਨਾ ਵਿਆਪਦੀ ਹੁੰਦੀ ਤੇ ਸਵਰਗ ਦਾ ਰਾਜਾ ਜਿਹੜਾ ਇੰਦਰ ਹੈ ਉਹ ਭਾਈ ਫਿਰ ਗੌਤਮ ਰਿਸ਼ੀ ਦੇ ਘਰ ਜਾ ਕਰਕੇ ਕਲੰਕੀ ਕਿਉਂ ਹੁੰਦਾ? ਕਲੰਕ ਤਾਂ ਹੀ ਲੱਗਾ ਨਾ ਜੇ ਉੱਥੇ ਵੀ ਇਹ ਮਾਇਆ ਵਿਆਪ ਰਹੀ ਹੈ। ਜਿਹਨੂੰ ਚੰਦ ਮਾਮਾ ਕਹਿੰਦੇ ਨੇ ਚੰਦਰਮਾ, ਉਹ ਵੀ ਕਲੰਕੀ ਹੋ ਗਿਆ, ਆਪਣੇ ਗੁਰੂ ਦੇ ਘਰ ਜਾ ਕਰਕੇ ਹੀ ਆਪਣੇ ਜੀਵਨ ਨੂੰ ਭ੍ਰਿਸ਼ਟ ਕਰ ਲਿਆ। ਇਸ ਤਰੀਕੇ ਦੇ ਨਾਲ ਭਾਈ ਸਾਰਿਆਂ ਥਾਵਾਂ ਤੇ ਇਹ ਮਾਇਆ ਜਿਹੜੀ ਮੋਹਣੀ, ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ। ਮਾਇਆ ਤਾਂ ਮੋਹਣੀ ਤਨੇ ਕੀਤੀ ਜਿਨ ਠਗੌਲੀ ਪਾਈਆ, ਕੁਰਬਾਨ ਕੀਤਾ ਤਿਸੇ ਵਟੋ ਜਿਨ ਮੋਹ ਮੀਠਾ ਲਾਇਆ। ਇਹ ਮਾਇਆ ਜਿਹੜੀ ਪਰਮੇਸ਼ਰ ਵਾਹਿਗੁਰੂ ਦੀ ਕੀਤੀ ਹੋਈ ਹੈ, ਕਹਿੰਦੇ ਸਾਰਿਆਂ ਥਾਵਾਂ ਤੇ ਭਾਈ ਸਗਲ ਵਿਆਪੇ ਮਾਏ, ਸਾਰਿਆਂ ਥਾਵਾਂ ਤੇ ਇਹ ਵਿਆਪਕ ਹੈ ਜੀ, ਵਿਆਪੀ ਹੋਈ ਹੈ ਜੀ। ਉਦਾਹਰਣ ਸਭ ਕੁਲ ਤਾਰਨ। ਗੁਰਦੇਵ ਬੜੀ ਔਖੀ ਗੱਲ ਹੋ ਗਈ, ਸੋ ਮੈਂ ਤੇ ਬੜੇ ਅਸਮੰਜਸ ਵਿੱਚ ਪੈ ਗਿਆ ਹਾਂ। ਕਿਵੇਂ ਮੇਰਾ ਉਧਾਰ ਹੋਵੇਗਾ? ਨਹੀਂ ਤਰਿਆ ਜਾਵੇਗਾ ਜੇ ਸਾਰਿਆਂ ਲੋਕਾਂ ਦੇ ਵਿੱਚ ਹੀ ਇਹ ਮਾਇਆ ਹੈ। ਗੁਰਸਿੱਖਾ ਚਾਹੁੰਦਾ ਕੀ ਹਾਂ? ਸਤਿਗੁਰੂ ਸਾਹਿਬ ਜੀ ਮੈਂ ਉਧਰਨਾ ਚਾਹੁੰਦਾ ਹਾਂ, ਇਸ ਸੰਸਾਰ ਤੋਂ ਮੈਂ ਕਿਵੇਂ ਤਰ੍ਹਾਂ ਮੈਨੂੰ ਦੱਸਣਾ ਕਰੋ ਜੀ। ਹਰ ਹਰ ਨਾਮ ਧਿਆਏ। ਅੱਛਾ ਜੀ, ਹੋਰ ਕੀ ਕਰਨਾ ਚਾਹੁੰਦਾ ਮਹਾਰਾਜ? ਮੈਂ ਕੱਲਾ ਆਪਣਾ ਲੈ ਕਰਕੇ ਨਹੀਂ ਆਇਆ ਲੇਖਾ, ਮੈਂ ਤੁਹਾਡੇ ਅੱਗੇ ਬੇਨਤੀ ਕਰਨ ਆਇਆ ਮੇਰੀ ਕੁਲ ਵੀ ਤਰ ਜਾਵੇ, ਮੇਰੀ ਕੁਲ ਦਾ ਵੀ ਉਧਾਰ ਹੋ ਜਾਵੇ। ਕਹਿੰਦੇ ਚੰਗਾ ਫਿਰ ਭਾਈ ਹਰੀ ਪਰਮੇਸ਼ਰ ਵਾਹਿਗੁਰੂ ਦਾ ਨਾਮ ਧਿਆਇਆ ਕਰ, ਇੱਕ ਨਹੀਂ ਅਨੇਕਾਂ ਹੀ ਕੁੱਲਾਂ ਤਰ ਜਾਣਗੀਆਂ। ਮਹਾਰਾਜ ਕਿੰਨੀਆਂ ਕੁ ਤਾਰੋਗੇ? ਕਹਿੰਦੇ ਭਗਤ ਜਣਾ ਕੇ 21 ਹੀ ਕੁੱਲ ਤਾਰੇ। ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਭਗਤਾਂ ਦੀਆਂ 21 ਕੁੱਲਾਂ ਦਾ ਉਧਾਰ ਹੋ ਜਾਂਦਾ, 21 ਕੁੱਲਾਂ ਦਾ। ਆਪ ਬਖਸ਼ਿਸ਼ ਕੀਤੀ। ਇਹ ਮਹਾਂਪੁਰਖਾਂ ਨੇ ਗੁਰੂ ਕੇ ਪਿਆਰਿਆਂ ਦੀ ਸੰਗਤ ਵਿੱਚੋਂ ਜੋ ਪੜਿਆ, ਜਿਹੜੇ ਸ਼ਹੀਦ ਤੇ ਪਰਮੇਸ਼ਰ ਵਾਹਿਗੁਰੂ ਦੇ ਭਗਤ ਨੇ ਉਹਨਾਂ ਦੀਆਂ 21 ਕੁੱਲਾਂ ਤਰ ਜਾਂਦੀਆਂ। 21 ਕੁੱਲਾਂ ਦਾ ਆਧਾਰ ਸਤਿਗੁਰੂ ਸਾਹਿਬ ਜੀ ਆਪ ਕਿਰਪਾ ਕਰਕੇ ਕਰ ਦਿੰਦੇ ਨੇ। ਸੋ ਪਰ ਹੋਵੇਗਾ ਕਿਵੇਂ? ਹਰ ਹਰ ਨਾਮ ਧਿਆਇਆ। ਜਿੰਨਾ ਹਰੀ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਧਿਆਉਣਾ ਕੀਤਾ, ਜਿਹੜੇ ਉਹਦੇ ਨਾਮ ਨੂੰ ਧਿਆਉਣ ਵਾਲੇ ਬਣ ਗਏ ਨੇ, ਉਹਨਾਂ ਦੀਆਂ ਕੁੱਲਾਂ ਤਾਰੀਆਂ ਹਨ। ਜਿਵੇਂ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਨੇ
ਭਾਈ ਦਲਬੀਰ ਸਿੰਘ ਜੀ ਅਭਿਆਸੀ ਨੂੰ ਭਾਈ ਜਪਜੀ ਸਾਹਿਬ ਜੀ ਦੇ ਪਾਠ ਦੇ ਵੱਡੇ ਨਿਤਨੇਮੀ ਪ੍ਰਪਗਤਾ ਬਖਸ਼ ਕਰਕੇ ਜਿੱਥੇ ਸੰਗਤਾਂ ਦੇ ਵਿੱਚ ਭਗਤ ਸਦਵਾਏ, ਉੱਥੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਦੀ ਸੇਵਾ ਕਰਦਿਆਂ ਹੋਇਆਂ ਸੋ ਸਤਿਗੁਰੂ ਸਾਹਿਬ ਜੀ ਦੇ ਮਾਣ ਮੱਤੇ ਇਤਿਹਾਸ ਨੂੰ ਬਰਕਰਾਰ ਰੱਖਦਿਆਂ ਹੋਇਆਂ ਕਿਰਪਾਲੂ ਜੀ ਦੇ ਚਰਨਾਂ ਦੇ ਭੌਰੇ ਬਣਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਹਾਦਤ ਦਾ ਜਾਮ ਪੀ ਕਰਕੇ ਜਿੱਥੇ ਆਪ ਉਧਾਰ ਹੋਇਆ, ਉੱਥੇ ਨਾਲ ਦੇ ਨਾਲ ਗੁਰੂ ਕੇ ਪਿਆਰੇ ਸਿੱਖ ਨੇ ਆਪਣੀਆਂ 21 ਕੁੱਲਾਂ ਦਾ ਉਧਾਰ ਕਰਵਾ ਲਿਆ। ਐਸੇ ਭਾਈ ਕਹਿੰਦੇ ਜੇ ਕੁੱਲ ਉਧਾਰਨਾ ਚਾਹੁੰਦਾ ਹਾਂ ਤੇ ਪਰਮੇਸ਼ਰ ਵਾਹਿਗੁਰੂ ਦਾ ਨਾਮ ਜਪਣਾ ਕਰ। ਨਾਨਕ ਨਾਮ ਨਿਰੰਜਨ ਗਾਈਐ। ਇਸ ਕਰਕੇ ਭਾਈ ਜਿਹੜਾ ਅੰਜਨ ਦੋਖ ਮੈਲ ਤੋਂ ਰਹਿਤ ਕਰਨ ਵਾਲਾ ਹੈ, ਅੰਜਨ ਨਾਮ ਹੁੰਦਾ ਸੁਰਮੇ ਦਾ, ਕਾਲਖ ਦਾ, ਜਿਹੜਾ ਭਾਈ ਹਰੇਕ ਤਰੀਕੇ ਦੀ ਕਾਲਖ ਜਿਹੜਾ ਨਾਸ ਕਰਨ ਵਾਲਾ, ਨਿਰਅੰਜਨ ਅਕਾਲ ਪੁਰਖ ਵਾਹਿਗੁਰੂ, ਜਿਹਦਾ ਨਾਮ ਜਪਣ ਦੇ ਨਾਲ ਹੀ ਕੌਣ ਕੋ ਕਲੰਕ ਰਹਿਓ ਰਾਮ ਨਾਮ ਲੇਤ ਹੀ। ਗੁਰੂ ਕੈ ਸਿੱਖਾ ਭਲਾ ਕਿਹੜਾ ਕਲੰਕ ਰਹਿ ਸਕਦਾ? ਮਹਾਰਾਜ ਮੈਂ ਬੜਾ ਕਲੰਕੀ ਆ, ਮੇਰਾ ਕਿਵੇਂ ਆਧਾਰ ਹੋਵੇਗਾ? ਗੁਰਦੇਵ ਕਹਿੰਦੇ ਕੋਈ ਕਲੰਕ ਰਵੇਗਾ ਹੀ ਨਹੀਂ, ਤੂੰ ਨਾਮ ਤੇ ਜਪ ਕੇ ਵੇਖ। ਕਿਹਦਾ ਨਾਮ ਜਪਾਂ? ਹਰ ਹਰ ਨਾਮ ਨਿਰੰਜਨ ਗਾਈਏ। ਜਿਹੜਾ ਆਪ ਕਾਲਖ ਦੋਖ ਮੈਲ ਤੋਂ ਰਹਿਤ ਪਰਮੇਸ਼ਰ ਵਾਹਿਗੁਰੂ ਹੈ, ਉਸ ਦੇ ਨਾਮ ਨੂੰ ਧਿਆਉਣਾ ਕਰ, ਗਾਉਣਾ ਕਰ। ਪਾਈਐ ਸਰਬ ਨਿਦਾਨਾ। ਕਹਿੰਦੇ ਫਿਰ ਸਾਰਾ ਹੀ ਨਿਦਾਨਾ, ਜਿਤਨੇ ਖਜ਼ਾਨੇ ਹਨ ਨਾਮ ਬਾਣੀ ਦੇ, ਪ੍ਰਤੱਖ ਖਜ਼ਾਨੇ ਪ੍ਰਾਪਤ ਹੋ ਜਾਣਗੇ ਅਖੁੱਟ। ਕਰ ਕਿਰਪਾ ਜਿਸ ਦੇ ਸੁਆਮੀ। ਕਹਿੰਦੇ ਜਿਨ੍ਹਾਂ ਤੇ ਕਿਰਪਾ ਕਰਕੇ ਕਿਰਪਾਲੂ ਸਤਿਗੁਰੂ ਸਾਹਿਬ ਜੀ ਆਪ ਇਹ ਬਖਸ਼ ਕਰ ਦੇਣ। ਬਿਰਲੇ ਕਾਹੂ ਜਾਨਾ। ਉਹ ਬਿਰਲੇ ਹਨ ਜਿਨ੍ਹਾਂ ਨੇ ਇਹ ਜਾਣਨਾ ਕੀਤਾ ਹੈ ਕਿ ਪਰਮੇਸ਼ਰ ਵਾਹਿਗੁਰੂ ਦਾ ਜਿਹੜਾ ਪਿਆਰਾ ਨਾਮ ਹੈ ਉਹਦੇ ਦੁਆਰਾ ਉਧਾਰ ਹੋ ਸਕਦਾ ਹੈ। ਸੋ ਵਿਰਲੇ ਵਿਰਲੇ ਨੇ ਜਿਨ੍ਹਾਂ ਨੂੰ ਇਹ ਸੋਝੀ ਆਈ ਹੈ। ਨਹੀਂ ਤੇ ਕਈ ਬਜ਼ੁਰਗ ਅਵਸਥਾ ਵਿੱਚ ਹੋ ਕਰਕੇ ਵੀ ਇਹ ਕਹੀ ਜਾਂਦੇ ਵੀ ਕਾਕਾ ਇਹੋ ਜੱਗ ਮਿੱਠਾ ਅਗਲਾ ਕਿਸੇ ਨਾ ਡਿੱਠਾ। ਸੋ ਬਜ਼ੁਰਗ ਹੋਏ ਹੋਏ ਨੇ, ਫਿਰ ਵੀ ਕਹੀ ਜਾਂਦੇ ਅਜੇ ਖਾਣ ਪੀਣ ਦੀ ਇੱਛਾ ਬੜੀ ਹੈ, ਕੁਝ ਖਾ ਪੀ ਲਈਏ, ਤੁਹਾਡੇ ਵਾਲੀ ਭਗਤੀ ਵੀ ਕਰ ਲਵਾਂਗੇ, ਕੋਈ ਨਹੀਂ। ਬੜੇ ਵੇਖੇ ਨੇ ਮਾਲਾ ਫੜ ਕੇ, ਮੈਂ ਵੇਖੇ ਇੱਥੇ ਰਿੜਕ ਰਿੜਕ ਕੇ ਮਰਦੇ, ਮੈਨੂੰ ਚੰਗਾ ਮੈਂ ਜਾ ਹੋ ਜਾ। ਹਾਂ ਸੋ ਮਹਾਰਾਜ ਕਹਿੰਦੇ ਭਾਈ ਇਹ ਜਿਹੜਾ ਨਾਮ ਦਾ ਰਸ ਹੈ ਵਿਰਲੇ ਵਿਰਲਿਆਂ ਨੂੰ ਆਇਆ, ਬਹੁਤਿਆਂ ਨੂੰ ਨਹੀਂ ਆਇਆ। ਇਹ ਵਿਰਲਿਆਂ ਨੇ ਜਾਣਨਾ ਕੀਤਾ ਹੈ ਜੀ। ਇਹ ਪਾਵਨ ਪਵਿੱਤਰ ਹੁਕਮਨਾਮਾ ਸਾਹਿਬ ਜਿਸ ਦੀ ਆਪਾਂ ਵਿਚਾਰ ਕੀਤੀ ਹੈ, ਇਹ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਅੱਜ ਸਾਡੇ ਤੇ ਬਖਸ਼ਿਸ਼ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪਾਵਨ ਇਹ ਹੁਕਮਨਾਮੇ ਦੀ ਦਾਤ ਬਖਸ਼ਿਸ਼ ਕਰਵਾਈ ਸੀ। ਹੁਣ ਕਿਰਪਾਲੂ ਸਤਿਗੁਰੂ ਸਾਹਿਬ ਜੀ ਦਇਆ ਦੇ ਘਰ ਵਿੱਚ ਆਣ ਕਰਕੇ ਜੋ ਲੜੀਵਾਰ ਸ਼ਬਦ ਦੀ ਕਥਾ ਇਸ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹਰ ਰੋਜ਼ ਹੁੰਦੀ ਹੈ, ਉਹਦੇ ਵਿੱਚ ਜੋ ਸਾਡੇ ਤੇ ਬਖਸ਼ਿਸ਼ ਕਰ ਰਹੇ ਨੇ, ਆਓ ਮਨਚਿਤ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰੀਏ ਜੀ। ਰਾਗ ਬਿਲਾਵਲ ਮਹੱਲਾ ਨਾਵਾ। ਦੋ ਪਦੇ ਇਕ ਓੰਕਾਰ ਸਤ ਗੁਰ ਪ੍ਰਸਾਦ। ਬਿਲਾਵਲ ਰਾਗ ਦੇ ਅੰਦਰ ਨੌਵੇਂ ਪਾਤਸ਼ਾਹ ਦੋ ਪਦਿਆਂ ਵਾਲੇ ਇਹ ਸ਼ਬਦ ਜਿਹੜੇ ਨੇ ਆਪ ਕਿਰਪਾ ਕਰਕੇ ਇੱਥੇ ਬਿਲਾਵਲ ਰਾਗ ਦੇ ਵਿੱਚ ਮੇਰੇ ਸਤਿਗੁਰੂ ਸਾਹਿਬ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸੋ ਜਿਨ੍ਹਾਂ ਨੇ ਆਪ ਬਖਸ਼ਿਸ਼ ਕਰਕੇ ਹਿੰਦ ਦੀ ਚਾਦਰ ਜੇ ਸਤਿਗੁਰੂ ਸਾਹਿਬ ਜੀ ਨੇ ਸਦਵਾਇਆ ਹੈ, ਆਪ ਜਾ ਕਰਕੇ ਦਿੱਲੀ ਚਾਂਦਨੀ ਚੌਂਕ ਵਿਖੇ ਸੋ ਹਿੰਦੂ ਧਰਮ ਦੀ ਰੱਖਿਆ ਵਾਸਤੇ ਮੇਰੇ ਗੁਰਦੇਵ ਜੀ ਨੇ ਆਪਣਾ ਪਾਵਨ ਸੀਸ ਦਾ ਬਲਿਦਾਨ ਦਿੱਤਾ। ਉਹ ਕਿਰਪਾਲੂ ਸਤਿਗੁਰੂ ਸਾਹਿਬ ਜੀ ਸਾਡੇ ਤੇ ਬਖਸ਼ਿਸ਼ ਕਰਦੇ ਨੇ ਦੋ ਪਦਿਆਂ ਵਾਲੇ ਸ਼ਬਦਾਂ ਦੁਆਰਾ। ਸੋ ਬਿਲਾਵਲ ਰਾਗ ਵਿੱਚ ਬਾਣੀ ਆਰੰਭ ਹੋ ਰਹੀ ਹੈ ਸਤਿਗੁਰੂ ਸਾਹਿਬ ਜੀ ਦੀ, ਨਵੇਂ ਪਾਤਸ਼ਾਹ ਜੀ ਦੀ ਮੰਗਲ ਕਰਦੇ ਨੇ। ਸੋ ਆਰੰਭਤਾ ਤੋਂ ਪਹਿਲਾਂ ਇੱਕ ਉਹ ਅਦਵੈਤ ਅਕਾਲ ਪੁਰਖ ਵਾਹਿਗੁਰੂ ਓੰਕਾਰ ਜੋ ਸਾਰਿਆਂ ਦਾ ਪ੍ਰਕਾਸ਼ਕ ਹੈ, ਜਿਹੜਾ ਭਾਈ ਸਤਿਗੁਰ ਪ੍ਰਸਾਦ ਪੂਰੇ ਗੁਰਾਂ ਦੀ ਸਤ ਪ੍ਰਤੱਗੀ ਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਜੋ ਪ੍ਰਾਪਤ ਹੁੰਦਾ ਹੈ ਜੀ। ਦੁਖ ਹਰਤਾ ਹਰ ਨਾਮ ਪਛਾਨੋ। ਵੇਖੋ ਭਾਈ ਪਹਿਲੇ ਹੁਕਮਨਾਮਾ ਜੋ ਅੱਜ ਦੇ ਦਿਹਾੜੇ ਬਖਸ਼ਿਸ਼ ਕੀਤਾ ਸੀ ਉਹ ਚ ਦੱਸਿਆ ਕਿ ਨਾਮ ਜਪਿਆ ਕਰ। ਮਹਾਰਾਜ ਮੈਂ ਨਾਮ ਕਿਉਂ ਜਪਾਂ ਮੈਨੂੰ ਦੱਸੋ। ਹਾਂ ਕੋਈ ਮੈਨੂੰ ਐਵੇਂ ਕਿਵੇਂ ਜਪ ਲਵਾਂ ਜੀ, ਮੈਨੂੰ ਕੋਈ ਪਤਾ ਲੱਗੇ, ਮੈਨੂੰ ਕੋਈ ਇਹ ਜਾਣਕਾਰੀ ਹੋਵੇ। ਠੀਕ ਹੈ ਜੀ, ਹੁਕਮਨਾਮੇ ਸਾਹਿਬ ਦੀ ਕਥਾ ਵਿੱਚ ਅਸੀਂ ਸੁਣ ਲਿਆ ਹੈ ਕਿ ਜਿਹੜੇ ਭਗਤ ਸਨ ਉਹਨਾਂ ਦਾ ਉਧਾਰ ਹੋਇਆ। ਮਹਾਰਾਜ ਮੇਰੀ ਭਗਤੀ ਵਾਲੀ ਗੱਲ ਕੋਈ ਨਹੀਂ, ਮੈਂ ਤੇ ਪਾਪੀ ਹਾਂ, ਪਾਪੀਆਂ ਦਾ ਵੀ ਉਧਾਰ ਕਰਦੇ ਜੇ।
ਮਹਾਰਾਜ ਤੁਸੀਂ ਆਪੇ ਕਿਹਾ ਹੈ ਕਿ ਅਰਦਾਸ ਕਰਕੇ ਹਮ ਅਵਗੁਣ ਭਰੇ ਏਕ ਗੁਣ ਨਾਹੀ, ਸੋ ਅੰਮ੍ਰਿਤ ਛਾੜ ਬਿਖੈ ਬਿਖਾਹੀ, ਮਾਇਆ ਮੋਹ ਭਰਮ ਪੈ ਭੁੱਲੇ, ਸੁਤ ਦਾਰਾ ਸੁਪ੍ਰੀਤ ਲਗਾਈ। ਮਹਾਰਾਜ ਇਹ ਤੋਂ ਵੱਡੇ ਪਾਪ ਕਰਨ ਵਾਲਾ ਹਾਂ, ਜੇ ਕੋਈ ਪਾਪੀਆਂ ਦਾ ਆਧਾਰ ਕਰਦੇ ਜੇ ਤੇ ਉਹ ਸਾਨੂੰ ਦੱਸੋ। ਤੇ ਕਿਰਪਾਲੂ ਸਤਿਗੁਰੂ ਸਾਹਿਬ ਜੀ ਸਾਡੇ ਤੇ ਰਹਿਮਤ ਕਰਦੇ ਨੇ, ਦੁੱਖ ਹਰਤਾ ਹਰ ਨਾਮ ਪਛਾਨੋ। ਗੁਰਸਿੱਖਾ ਦੁੱਖਾਂ ਦਾ ਹਾਰਕ ਇੱਕ ਪਰਮੇਸ਼ਰ ਵਾਹਿਗੁਰੂ ਦਾ ਨਾਮ ਹੀ ਹੈ। ਜੇ ਨਾਮ ਨਹੀਂ ਜਪਿਆ ਤੇ ਦੁੱਖਾਂ ਦਾ ਨਾਸ ਨਹੀਂ ਹੋ ਸਕਦਾ। ਜਿੰਨੇ ਮਰਜੀ ਵੀ ਯਤਨ ਕਰ ਲੈ, ਜਿੰਨੇ ਮਰਜੀ ਧਾਗੇ ਤਵੀਤ ਕਰਵਾ ਕੇ ਬੰਨੀ ਫਿਰ, ਜਿੰਨੇ ਮਰਜੀ ਜਲ ਪਾਣੀ ਦੇ ਵਿੱਚ ਫੂਕਾਂ ਮਰਵਾ ਕੇ ਪੀਂਦਾ ਫਿਰ, ਉਹਦੇ ਨਾਲ ਪਾਪ ਨਹੀਂ ਉਹ ਨਾਸ ਹੋਣੇ ਪਾਪ। ਸੋ ਫੂਕ ਮਰਵਾਉਣ ਤੋਂ ਚੇਤੇ ਆ ਗਿਆ, ਮੈਂ ਆਪਣੇ ਉਸਤਾਦ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਜੀ ਹੁਣਾਂ ਪਾਸੋਂ ਪੁੱਛ ਲਿਆ, ਮੈਂ ਸਿੰਘ ਸਾਹਿਬ ਜੀ ਆ ਜਿਹੜੇ ਪਾਣੀ 'ਚ ਫੂਕ ਮਾਰ ਕੇ ਦਿੰਦੇ ਨੇ ਇਹਦਾ ਕਾਰਨ ਕੀ? ਹੱਸ ਪਏ, ਕਹਿਣ ਲੱਗੇ ਤੂੰ ਨਗੱਲਿਆ ਨਗੱਲਾ ਹੀ ਰਹਿਣਾ ਸਾਰੀ ਜ਼ਿੰਦਗੀ, ਝਡੂਆ ਤੈਨੂੰ ਨਹੀਂ ਪਤਾ ਲੱਗਾ ਵੀ ਇਹਦਾ ਕਾਰਨ ਕੀ ਹੈ? ਮੈਂ ਜੀ ਮੈਨੂੰ ਨਹੀਂ ਪਤਾ। ਕਹਿੰਦੇ ਪੁੱਤ ਇਹਨਾਂ ਨੂੰ ਥੁੱਕ ਖਾਣ ਦੀ ਆਦਤ ਪੈ ਗਈ ਹੈ, ਥੁੱਕ ਖਾਣ ਦੀ। ਇਹ ਜਿਹੜੀ ਫੂਕ ਮਾਰਦੇ ਆ, ਜਦੋਂ ਫੂਕ ਮਾਰੂਗਾ ਤੇ ਫੂਕ ਮਾਰਨ ਵਾਲੇ ਦਾ ਥੁੱਕ ਪਾਣੀ 'ਚ ਪਿਆਣਾ। ਕਹਿੰਦੇ ਥੁੱਕ ਪੀ ਕਰਕੇ ਤੇ ਆਪਣੇ ਆਪ ਨੂੰ ਕਹਿੰਦੇ ਬਾਬੇ ਦਾ ਫੂਕ ਮਾਰਿਆ ਜਲ ਪੀਤਾ, ਭਾਵ ਬਾਬੇ ਦਾ ਥੁੱਕ ਪੀਤਾ ਮੈਂ ਥੁੱਕ। ਤੇ ਦੂਜੇ ਪਾਸੇ ਗੁਰੂ ਕੈ ਸਿੱਖਾ ਸੁਰ ਨਰ ਮੁੰਡ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ। ਅੰਮ੍ਰਿਤ ਛੱਡ ਕੇ ਜਿਹੜੇ ਗਏ ਨੇ ਕਹਿੰਦੇ ਉਹਨਾਂ ਦੇ ਮੂੰਹ 'ਚ ਫਿਰ ਥੁੱਕਾਂ ਹੀ ਪੈਣੀਆਂ ਨਾ। ਸੋ ਇਸ ਕਰਕੇ ਇਹਨਾਂ ਦੇ ਮੂੰਹ ਵਿੱਚ ਥੁੱਕ ਪੈ ਰਹੀ ਹੈ ਜਿਹੜੇ ਫੂਕਾਂ ਮਰਵਾਉਣ ਵਾਲੇ ਹਨ। ਮਹਾਰਾਜ ਫਿਰ ਕਿਵੇਂ ਦੁੱਖ ਨਾਸ ਹੋਣਗੇ? ਅਸੀਂ ਬੜੇ ਦੁਖੀ ਹਾਂ। ਕਹਿੰਦੇ ਦੁੱਖ ਹਰਤਾ ਹਰ ਨਾਮ ਪਛਾਨੋ। ਭਾਵੇਂ ਭਾਈ ਜੰਮਣ ਮਰਨ ਦਾ ਦੁੱਖ ਹੈ, ਭਾਵੇਂ ਸਰੀਰਕ ਦੁੱਖ ਲੱਗੇ ਹੋਏ ਹਨ, ਇਸ ਦਰ ਤੇ ਆਣ ਕਰਕੇ ਕੋੜਿਆਂ ਦੇ ਕੋੜ ਰਾਜੀ ਹੋ ਜਾਂਦੇ ਨੇ। ਗੁਰੂ ਕੈ ਸਿੱਖਾ ਤੇਰਾ ਰੋਗ ਕਿਉਂ ਨਾ ਨਾਸ ਹੋਵੇਗਾ? ਭਾਵੇਂ ਮਨ ਦੇ ਰੋਗ ਹਨ, ਭਾਵੇਂ ਸਰੀਰਕ ਰੋਗ ਹਨ, ਇਹ ਲੋਕਾਂ ਦੀ ਥੁੱਕ ਪੀਣ ਨਾਲ ਠੀਕ ਨਹੀਂ ਹੋਣੇ। ਇਹ ਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਪੜਨ ਦੇ ਨਾਲ, ਨਾਮ ਜਪਣ ਦੇ ਨਾਲ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਣ ਕਰਕੇ ਦਰਸ਼ਨ ਦੀਦਾਰੇ ਕਰਦਿਆਂ ਹੋਇਆਂ ਬਾਣੀ ਪੜਨ ਦੇ ਨਾਲ ਹੋਣਗੇ। ਦੁੱਖ ਹਰਤਾ ਹਰ ਨਾਮ ਪਛਾਨੋ। ਹਰੀ ਪਰਮੇਸ਼ਰ ਵਾਹਿਗੁਰੂ ਦਾ ਨਾਮ ਦੁੱਖਾਂ ਦਾ ਹਾਰਕ ਹੈ, ਇਹ ਜਾਣਨਾ ਕਰੋ। ਅਜਾਮਲ ਗਨ ਕਾਜਿਹ ਸਿਮਰਤ। ਮਹਾਰਾਜ ਮੈਨੂੰ ਐਵੇਂ ਨਹੀਂ ਪਤਾ ਲੱਗਦਾ, ਮੈਨੂੰ ਦੱਸੋ ਜੀ ਕਿਵੇਂ ਆਧਾਰ ਹੋਵੇਗਾ ਸਾਡਾ? ਮੈਂ ਪਹਿਲਾਂ ਬੇਨਤੀ ਕੀਤੀ ਹੈ, ਮੈਂ ਪਾਪੀ ਹਾਂ ਜੀ, ਮੇਰੇ ਵਿੱਚ ਬੜੇ ਜ਼ਿਆਦਾ ਅਵਗੁਣ ਹਨ। ਗੁਰਦੇਵ ਕਹਿੰਦੇ ਗੁਰਸਿੱਖਾ ਤੈਨੂੰ ਚੇਤਾ ਕਰਾਉਂਦੇ ਹਾਂ, ਉਹ ਪਰਮੇਸ਼ਰ ਦਾ ਨਾਮ ਜਪਣ ਨਾਲ ਤੇ ਅਜਾਮਲ ਵਰਗਾ ਪਾਪੀ ਜਿਹੜਾ ਹੈ, ਜਿਹੜਾ ਕਿਸੇ ਸਮੇਂ ਤੇ ਬੜਾ ਵੱਡਾ ਵਿਦਵਾਨ ਸੀ, ਜਿਨੇ ਸੋ ਸਾਰੇ ਤਰੀਕਿਆਂ ਦੇ ਵਿਆਕਰਨ ਨੂੰ 6 ਤਰੀਕਿਆਂ ਦਾ ਵਿਆਕਰਨ ਜਿਨੇ ਪੜਿਆ ਹੋਇਆ ਸੀ, ਉਹ ਜਿਹੜਾ ਅਜਾਮਲ ਜਿਹੜਾ ਲੋਕਾਂ ਨੂੰ ਉਪਦੇਸ਼ ਦਿਆ ਕਰਦਾ ਸੀ, ਵੇਸਵਾ ਦੀ ਸੰਗਤ ਵਿੱਚ ਆਉਣੇ ਤੇ ਜੀਵਨ ਭ੍ਰਸ਼ਟ ਹੋਇਆ। ਰਾਜੇ ਦਾ ਕਿੱਥੇ ਹਜ਼ੂਰੀ ਗਿਆਨੀ ਹੈ, ਕਥਾਕਾਰ ਹੈ, ਛੱਡ ਕਰਕੇ ਕਥਾ ਤੇ ਵੇਸਵਾ ਦੇ ਦੁਆਰੇ ਤੇ ਜਾ ਕਰਕੇ ਬੈਠ ਗਿਆ। ਸੋ ਉੱਥੇ ਬੈਠ ਕਰਕੇ 6 ਪੁੱਤਰ ਜਨਮੇ ਨੇ ਇਹਦੇ ਘਰ ਵਿੱਚ। 6 ਪੁੱਤਰਾਂ ਨੂੰ ਸੋ ਆਪਣੇ ਵਰਗਾ ਹੀ, ਆਪਣੇ ਸੁਭਾਅ ਵਰਗਾ, ਉਹ ਜਾ ਕਰਕੇ ਸ਼ਿਕਾਰ ਕਰਕੇ ਪਾਪ ਕਰਕੇ ਜੀਆਂ ਦੀ ਹੱਤਿਆ ਕਰਕੇ ਖਾਂਦੇ ਨੇ। ਸੋ ਇਹੋ ਜਿਹਾ ਜੀਵਨ ਬਣਾਇਆ ਹੋਇਆ ਹੈ। ਕੋਈ ਪਰਮੇਸ਼ਰ ਨੇ ਕਿਰਪਾ ਕੀਤੀ, ਮਹਾਤਮਾ ਮਹਾਂਪੁਰਖ ਇਹਦੇ ਘਰ ਵਿੱਚ ਆਣ ਕਰਕੇ ਦਰਸ਼ਨ ਦਿੱਤੇ ਨੇ। ਸੇਵਾ ਕਰਨ ਦੇ ਚਿੱਤ ਵਿੱਚ ਇੱਛਾ ਆਈ। ਮਹਾਂਪੁਰਖ ਕਹਿਣ ਲੱਗੇ ਉਹ ਤੇਰਾ ਕੰਮ ਕੀ ਹੈ? ਕਹਿੰਦੇ ਜੀ ਸਾਡੇ ਘਰ ਦੇ ਵਿੱਚ ਤੇ ਕੇਵਲ ਮਾਸ ਹੀ ਪੱਕਦਾ, ਦੱਸੋ ਕੀ ਛਕੋਗੇ? ਕਹਿੰਦੇ ਅਸੀਂ ਇਹੋ ਜਿਹੇ ਭੈੜੇ ਜੀਵਾਂ ਦੀ ਕੀਤੀ ਹੋਈ ਹੱਤਿਆ ਅਸੀਂ ਆਪਣੀ ਜ਼ਬਾਨ ਤੇ ਨਹੀਂ ਰੱਖਦੇ। ਅੱਛਾ ਮਹਾਂਪੁਰਖੋ ਤੁਸੀਂ ਆਏ ਜੇ, ਕੋਈ ਪੂਰਬਲੇ ਸੰਸਕਾਰ ਜਾਗ ਪਏ, ਕੋਈ ਨਾ ਕੋਈ ਸੇਵਾ ਕਰਨ ਦਾ ਤੇ ਮੌਕਾ ਬਖਸ਼ੋ। ਕਹਿੰਦੇ ਚੰਗਾ ਫਿਰ ਵੇਖ ਕੋਈ ਘਰ ਵਿੱਚ ਕੋਈ ਅਨਾਜ ਪਿਆ ਹੋਵੇ। ਘਰ ਦੇ ਅੰਦਰ ਗਿਆ, ਭੁੱਜੇ ਛੋਲੇ ਪਏ ਹੋਏ ਸਨ, ਉਹ ਲਿਆ ਕਰਕੇ ਦਿੱਤੇ। ਕਹਿਣ ਲੱਗਾ ਮਹਾਂਪੁਰਖੋ ਆ ਜ਼ਰੂਰ ਛਕ ਲਓ। ਛਕੇ ਕਹਿਣ ਲੱਗੇ ਹੁਣ ਚਿੱਤ 'ਚ ਖਿਆਲ ਆਇਆ ਤੇਰਾ ਉਧਾਰ ਕਰਦੇ ਜਾਈਏ, ਕਿਵੇਂ ਹੋ ਸਕਦਾ ਹੈ? ਸੋ ਕਿੰਨਾ ਕੁ ਪੜਿਆ? ਕਹਿੰਦੇ ਜੀ ਇੰਨੇ ਜਿਹੜੇ ਹਨ ਵਿਆਕਰਨ ਇਹ ਮੈਂ ਸਾਰੇ ਦੇ ਸਾਰੇ ਪੜੇ ਹੋਏ ਹਨ। ਕਹਿੰਦੇ ਫਿਰ ਤੈਨੂੰ ਗਿਆਨ ਨਹੀਂ ਦਿੱਤਾ ਜਾ ਸਕਦਾ, ਤੂੰ ਗਿਆਨੀ ਹੁੰਦਿਆਂ ਹੋਇਆਂ ਇਸ ਭੈੜੀ ਦਲਦਲ ਵਿੱਚ ਫਸਿਆ ਹੋਇਆ, ਤੈਨੂੰ ਕੀ ਗਿਆਨ ਦੇਵਾਂਗੇ? ਕਹਿੰਦੇ ਚੰਗਾ ਫਿਰ ਸੋ ਤੇਰੇ ਘਰ ਜਿਹੜੇ ਹੁਣ ਔਲਾਦ ਹੋਵੇਗੀ ਉਹਦਾ ਨਾਮ ਨਾਰਾਇਣ ਰੱਖੀ, ਉਹਦੇ ਮੋਹ ਵਿੱਚ ਪਿਆ ਹੀ ਤੇਰੀ ਮੁਕਤੀ ਦਾ ਕਾਰਨ ਬਣ ਜਾਵੇਗਾ। ਨਾਰਾਇਣ ਨਾਮ ਰਖਾ ਦਿੱਤਾ। ਅੰਤ ਸਮੇਂ ਆਪਣੇ ਪੁੱਤਰ ਨੂੰ ਆਵਾਜ਼ਾਂ ਮਾਰਦਾ ਨਾਰਾਇਣ ਨਾਰਾਇਣ ਕਹਿ ਕੇ
ਉਹ ਨਾਰਾਇਣ ਨਾਰਾਇਣ ਕਹਿੰਦਿਆਂ ਹੋਇਆਂ ਪਰਮੇਸ਼ਰ ਨਾਲ ਲਿਵ ਲੱਗਣੇ ਤੇ ਉਧਾਰ ਹੋ ਗਿਆ। ਉਹ ਅਜਾਮਲ ਵੀ ਜਿਹੜਾ ਨਾਰਾਇਣ ਕਹਿਣ ਤੇ ਤਰ ਗਿਆ, ਜਿਹਨੂੰ ਆਪਾਂ ਪੜ੍ਹਦੇ ਅਜਾਮਲ ਪਾਪੀ ਜਗ ਜਾਣੇ ਨਿਮਖ ਮਾਹੇ ਨਿਸਤਾਰਾ। ਇੱਕ ਨਿਮਖ ਭਰ ਦੇ ਵਿੱਚ ਹੀ ਪਰਮੇਸ਼ਰ ਦੇ ਪਿਆਰਿਆਂ ਨੇ ਪਰਮੇਸ਼ਰ ਦੇ ਨਾਮ ਨਾਲ ਜੋੜ ਕਰਕੇ ਤੇ ਉਧਾਰ ਕਰਵਾ ਦਿੱਤਾ। ਪਰ ਉਧਾਰ ਕਿਉਂ ਹੋਇਆ? ਜੇ ਨਾਮ ਜਪਿਆ ਤੇ। ਫਿਰ ਦੂਸਰਾ ਪ੍ਰਮਾਣ ਦਿੱਤਾ ਹੈ ਗਣਕਾ ਜਿਹ ਸਿਮਰਤ। ਗਣਕਾ ਵੇਸਵਾ ਜਿਹੜੀ ਹੈ, ਜਿਸ ਸਿਮਰਤ ਦੇ ਕਰਕੇ, ਜਿਸ ਪਰਮੇਸ਼ਰ ਵਾਹਿਗੁਰੂ ਦਾ ਸਿਮਰਨ ਕੀਤਾ ਹੈ, ਜਿਹਨੂੰ ਆਪਾਂ ਪੜ੍ਹਦੇ ਹਾਂ ਗਣਕਾ ਪਾਪਣ ਹੋਏ ਕੈ ਪਾਪਾਂ ਦਾ ਗਲਹਾਰ ਪਰੋਤਾ, ਮਹਾਂਪੁਰਖ ਆਚਾਣ ਚੱਕ ਗਣਕਾ ਦੁਆਰੇ ਆਏ ਖਲੋਤਾ। ਸੋ ਉਹ ਗਣਕਾ ਜਿਹੜੀ ਵੇਸਵਾ ਹੈ, ਜਿਹਦੇ ਘਰ ਵਿੱਚ ਆਣ ਕਰਕੇ ਲੋਕ ਆਪਣੇ ਜੀਵਨ ਨੂੰ ਭ੍ਰਸ਼ਟ ਕਰਦੇ ਹਨ, ਉਸ ਗਣਕਾ ਦੇ ਨਗਰ ਦੇ ਵਿੱਚ ਜਿੱਥੇ ਉਹ ਵਸਦੀ ਸੀ, ਮਹਾਤਮਾ ਮਹਾਂਪੁਰਖ ਪਹੁੰਚੇ। ਸੋ ਮਸ਼ਕਰੇ ਜੇ ਬੈਠੇ ਸਨ ਉਸ ਨਗਰ ਦੇ ਬਾਰ-ਬਾਰ। ਮੀਂਹ ਪੈਂਦਾ ਸੀ ਤੇ ਮਹਾਂਪੁਰਖਾਂ ਨੇ ਜਾ ਕੇ ਪੁੱਛਿਆ, ਕਹਿਣ ਲੱਗੇ ਭਾਈ ਸਾਡੇ ਵਸਤਰ ਭਿੱਜੇ ਹੋਏ ਨੇ, ਅਸੀਂ ਆਪਣੇ ਵਸਤਰ ਸੁਕਾਉਣੇ ਨੇ, ਰਾਤ ਕੱਟਣੀ ਹੈ, ਕੋਈ ਹੋਵੇਗਾ ਅਸਥਾਨ ਦੱਸੋ ਜਿੱਥੇ ਅਸੀਂ ਜਾ ਕੇ ਰਾਤ ਕੱਟ ਲਈਏ। ਉਹਨਾਂ ਚੋਂ ਇੱਕ ਮਸ਼ਕਰਾ ਬੋਲਿਆ ਮਸ਼ਕਰੀਆਂ ਕਰਨ ਵਾਲਾ, ਕਹਿੰਦਾ ਜੀ ਜਿਹੜਾ ਘਰ ਹੈ ਨਾ ਇਹ ਬੜੀ ਭਗਤਣੀ ਹੈ, ਬੜੀ ਸੇਵਾਦਾਰ ਨਹੀਂ ਹੈ, ਤੁਸੀਂ ਇਹਦੇ ਘਰ ਚਲੇ ਜਾਵੋ, ਤੁਹਾਡੀ ਸੇਵਾ ਹੋ ਜਾਵੇਗੀ। ਮਹਾਂਪੁਰਖ ਜਿਸ ਸਮੇਂ ਉਹਦੇ ਘਰ ਦੇ ਅੰਦਰ ਵੜਨ ਲੱਗੇ, ਘਰ ਦੇ ਅੰਦਰ ਵੜੇ, ਉਹਦੇ ਘਰ ਦੇ ਹੋਰ ਚਾਲ ਢੰਗ ਵੇਖ ਕਰਕੇ ਤੇ ਪੈਰ ਪਿਛਾਂਹ ਨੂੰ ਪੁੱਟ ਲਿਆ। ਇਹਦੇ ਕਰਮ ਜਾਗੇ। ਆਣ ਕੇ ਮਹਾਂਪੁਰਖਾਂ ਦੇ ਚਰਨ ਪਕੜ ਕੇ ਕਹਿਣ ਲੱਗੀ, ਮਹਾਂਪੁਰਖੋ ਇੱਥੇ ਤੇ ਸਾਰੇ ਹੀ ਗੰਧ ਭੋਗਣ ਵਾਸਤੇ ਆਉਂਦੇ ਨੇ, ਤੁਸੀਂ ਤੇ ਅਚਨਚੇਤ ਪਰਮੇਸ਼ਰ ਦੇ ਕੱਲੇ ਆਏ ਜੇ ਆਏ ਜੇ ਤੇ ਉਧਾਰ ਕਰਕੇ ਜਾਓ, ਬਖਸ਼ਿਸ਼ ਕਰੋ, ਇੱਥੇ ਰਹੋ, ਤੁਹਾਡੀ ਸੇਵਾ ਕਰਨ ਦਾ ਮੌਕਾ ਦਵੋ। ਕਹਿਣ ਲੱਗੇ ਨਹੀਂ ਧੀਏ, ਅਸੀਂ ਇੱਥੇ ਰੋਕ ਨਹੀਂ ਸਕਦੇ, ਪਰ ਤੇਰਾ ਭਲਾ ਜ਼ਰੂਰ ਕਰਾਂਗੇ। ਤੂੰ ਹੁਣ ਚਰਨ ਪਕੜੇ ਨੇ ਪਰਮੇਸ਼ਰ ਦੇ ਪਿਆਰੇ ਜਾਣ ਕਰਕੇ। ਉਸ ਸਮੇਂ ਭਾਈ ਮਹਾਂਪੁਰਖਾਂ ਨੇ ਆਪਣੇ ਪਾਸੋਂ ਇੱਕ ਤੋਤਾ ਜਿਹੜਾ ਹੈ ਉਹ ਇਸ ਗਣਕਾ ਨੂੰ ਦੇਣਾ ਕੀਤਾ। ਕਹਿੰਦੇ ਲੈ ਇਹ ਸਾਡਾ ਪੜਾਇਆ ਹੋਇਆ ਹੈ, ਇਸ ਨੂੰ ਰਾਮ ਨਾਮ ਦਾ ਜਾਪ ਕਰਾਵੀਂ। ਰਾਮ ਨਾਮ ਦਾ ਜਾਪ ਕਰਾਉਂਦਿਆਂ ਓੜਕ ਰਾਮ ਰਾਮ ਜਪਦੀ ਹੀ ਉਹ ਗਣਕਾ ਭੈੜੇ ਜੀਵਨ ਨੂੰ ਤਿਆਗ ਕਰਕੇ ਪਰਮੇਸ਼ਰ ਦੀ ਭਗਤਨੀ ਹੋ ਕਰਕੇ ਸੰਸਾਰ ਤੋਂ ਗਈ ਜੀ। ਮੁਕਤ ਭਏ ਜੀ ਜਾਨੋ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ, ਗੁਰਸਿੱਖਾ ਜਾਣ ਲੈਣਾ ਕਰ ਅਜਾਮਲ ਪਾਪੀ ਵੀ ਤਰ ਗਿਆ ਨਾਮ ਜਪਣੇ ਤੇ, ਗਣਕਾ ਪਾਪਣ ਵੀ ਤਰ ਗਈ, ਇਹ ਜਾਣਨਾ ਕਰ ਹਿਰਦੇ ਕਰਕੇ। ਰਹਾਉ ਬਸਰਾਮ ਦੇ ਕੇ ਬਖਸ਼ਿਸ਼ ਕਰਦੇ ਹਨ। ਗੱਜ ਕੀ ਤਰਾਸ ਮਿੱਟੀ ਛਿਨਹੁ ਮਹਿ। ਮਹਾਰਾਜ ਮੇਰਾ ਜੀਵਨ ਤੇ ਪਸ਼ੂਆਂ ਵਰਗਾ, ਤੁਸੀਂ ਸ਼ਾਇਦ ਚੰਗੀ ਤਰ੍ਹਾਂ ਸੁਣਿਆ ਨਹੀਂ। ਮੈਂ ਤੁਹਾਨੂੰ ਬੇਨਤੀ ਕੀਤੀ ਸੀ, ਮੈਂ ਬੜਾ ਪਾਪੀ ਹਾਂ। ਇਸ ਤੋਂ ਅੱਗੇ ਦੱਸਾਂ ਮੇਰਾ ਜੀਵਨ ਪਸ਼ੂਆਂ ਵਰਗਾ, ਜੇ ਪਸ਼ੂ ਦਾ ਵੀ ਆਧਾਰ ਹੋ ਜਾਂਦਾ ਦੱਸੋ। ਕਹਿੰਦੇ ਲੈ ਤੈਨੂੰ ਦੱਸਦੇ ਆਂ, ਗੱਜ ਹਾਥੀ ਜਿਹੜਾ ਹੈ ਉਹਦਾ ਪਰਮੇਸ਼ਰ ਵਾਹਿਗੁਰੂ ਨੇ ਜਿਸ ਸਮੇਂ ਤੰਦੂਏ ਨੇ ਤਾਰਾਂ ਪਾਈਆਂ ਹੋਈਆਂ ਸਨ, ਅਕਾਲ ਪੁਰਖ ਵਾਹਿਗੁਰੂ ਦੇ ਪਾਸ ਜਿਸ ਸਮੇਂ ਪਰਾਬਾਣੀ ਦੁਆਰਾ ਬੇਨਤੀ ਕੀਤੀ ਹੈ, ਗੱਜ ਐਰਾਪਤ ਹਾਥੀ ਨੇ। ਸੋ ਸੁਦਰਸ਼ਨ ਚੱਕਰ ਭੇਜ ਕਰਕੇ ਉਹਦੀਆਂ ਪਰਮੇਸ਼ਰ ਨੇ ਤਾਰਾਂ ਕਟਾਈਆਂ ਹਨ। ਸੋ ਗੱਜ ਕੀ ਤਰਾਸ਼ ਮਿਟੀ ਛਿਨਹੁ ਮਹਿ। ਇੱਕ ਛਿਣ ਭਰ ਦੇ ਵਿੱਚ ਹੀ ਉਹਦੀ ਜਿਹੜੀ ਤਰਾਸ ਡਰ ਸੀ ਉਹਨੂੰ ਮੁਕਤੀ ਦਵਾ ਦਿੱਤੀ ਹੈ। ਜਬ ਹੀ ਰਾਮ ਬਖਾਨੋ। ਕਦੋਂ? ਜਦੋਂ ਪਰਮੇਸ਼ਰ ਵਾਹਿਗੁਰੂ ਆਪਣੀ ਰਸਨਾ ਤੋਂ ਜਦੋਂ ਉਹਨੇ ਪਰਾ ਬਾਣੀ ਦੁਆਰਾ ਰਾਮ ਨਾਮ ਜਪਿਆ, ਉਹਦਾ ਵੀ ਉਧਾਰ ਹੋ ਗਿਆ। ਤੇਰਾ ਕਿਉਂ ਨਾ ਹੋਵੇਗਾ? ਮਨ ਚ ਵਿਚਾਰ ਕਰ। ਨਾਰਦ ਕਹਿਤ ਸੁਨਤ ਧਰੂ ਬਾਰਿਕ। ਜਿਸ ਸਮੇਂ ਨਾਰਦ ਜੀ ਦਾ ਕਿਹਾ ਹੋਇਆ ਬਚਨ ਉਪਦੇਸ਼ ਜਿਹੜਾ ਹੈ ਧਰੂ ਜੀ ਨੇ ਮੰਨਿਆ ਹੈ। ਜਿਸ ਸਮੇਂ ਮਾਤਾ ਨੇ ਘਰ ਵਿੱਚੋਂ ਕੱਢ ਦਿੱਤਾ, ਮਤਰੇਈ ਮਾਂ ਨੇ ਪਿਓ ਦੀ ਗੋਦੀ ਵਿੱਚੋਂ ਫੜ ਕਰਕੇ ਉਠਾਲ ਦਿੱਤਾ ਭਗਤ ਧਰੂ ਜੀ ਨੂੰ। ਜਾ ਕਰਕੇ ਆਪਣੀ ਮਾਂ ਨੂੰ ਪੁੱਛਿਆ, ਮਾਂ ਮੇਰਾ ਬੜਾ ਨਰਾਦਰ ਹੋਇਆ ਹੈ, ਮੈਂ ਵੀ ਰਾਜੇ ਦਾ ਪੁੱਤਰ ਹਾਂ, ਮਾਤਾ ਤੂੰ ਰਾਣੀ ਹੈ ਜਾਂ ਗੋਲੀ ਹੈ, ਸਾਨੂੰ ਦੱਸਣਾ ਕਰ। ਉਸ ਸਮੇਂ ਕਿਹਾ, ਪੁੱਤਰ ਹਾਂ ਤਾਂ ਰਾਣੀ, ਪਰ ਮੇਰੇ ਕਰਮ ਮਾੜੇ, ਮੈਂ ਪਰਮੇਸ਼ਰ ਦੀ ਭਗਤੀ ਨਹੀਂ ਕੀਤੀ ਮੇਰੇ ਪੁੱਤਰਾ, ਤਾਂ ਕਰਕੇ ਤੈਨੂੰ ਧੱਕੇ ਪਏ ਹਨ। ਜਿਹਨੂੰ ਆਪਾਂ ਪੜ੍ਹਦੇ ਭਾਈ ਗੁਰਦਾਸ ਜੀ ਦੀਆਂ ਵਾਰਾਂ 'ਚ, ਧਰੂ ਹੱਸਦਾ ਕਰਿਆ ਆਇਆ, ਕਰ ਪਿਆਰ ਪਿਓ ਪੁੱਛੜ ਲੀਤਾ, ਬਾਹੋਂ ਪਕੜ ਉਠਾਲਿਆ, ਮਨ ਵਿੱਚ ਰੋਸ ਮਤਰਾਈ ਕੀਤਾ, ਡੱਡੋ ਲਿਕਾ ਮਾਂ ਪੁੱਛੇ ਤੂੰ ਸਵਾਣੀ ਹੈ ਕਿ ਸਲੀਤਾ। ਮਾਂ ਕਰਮਾਂ ਵਾਲੀ ਉਪਦੇਸ਼ ਦਿੰਦੀ ਆ, ਸਵਾਣੀ ਹਾਂ ਜਨਮ ਦੀ, ਨਾਮ ਨਾ ਭਗਤੀ ਕਰਮ ਦ੍ਰਿੜਤਾ। ਅੱਛਾ ਮਾਤਾ ਤੂੰ ਨਹੀਂ ਨਾਮ ਜਪਿਆ, ਫਿਰ ਮੈਨੂੰ ਦੱਸ ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵਣ ਮੀਤਾ। ਮਾਂ ਭਾਗਾਂ ਵਾਲੀ ਕਹਿਣ ਲੱਗੀ, ਪੁੱਤ ਪਰਮੇਸ਼ਰ ਆਰਾਧੀਏ, ਜਿੰਦੂ ਹੋਈਏ ਪਵਨ ਪਣੀਤਾ। ਪਰਮੇਸ਼ਰ ਦਾ
ਤੂੰ ਭਾਈ ਜਾਪ ਕਰ, ਪਤ ਤੋਂ ਪਨੀਤ ਹੋ ਜਾਵੇਂਗਾ, ਪਨੀਤ। ਫਿਰ ਕਹਿੰਦੇ ਬਾਹਰ ਚੱਲਿਆ ਕਰਨ ਤਪ, ਮਨ ਬੈਰਾਗੀ ਭਏ ਅਤੀਤਾ। ਨਾਰਦ ਮੁਨ ਉਪਦੇਸ਼ਿਆ, ਨਾਮ ਨਿਧਾਨ ਅਮਿਓ ਰਸ ਪੀਤਾ। ਪਿੱਛੋਂ ਰਾਜੇ ਸੱਦਿਆ, ਅਬ ਚਲ ਰਾਜ ਕਰੋ ਸਦਨੀਤਾ। ਹਾਰ ਚੱਲੇ ਗੁਰਮੁਖ ਜਗ ਜੀਤਾ। ਐਸੇ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਭਗਤ ਧਰੂ ਜੀ ਨਾਰਦ ਜੀ ਮਿਲ ਪਏ, ਕਹਿਣ ਲੱਗੇ ਪੁੱਤ ਕੋਈ ਗੱਲ ਨਹੀਂ, ਆ ਜੰਨਾ ਮਤਰਈ ਰਾਜ ਦਿੰਦੀ ਹੈ ਉਹਨਾਂ ਹੀ ਤੈਨੂੰ ਦਵਾ ਦਿੰਨੇ ਆ, ਤੇਰੀ ਤੂੰ ਘਰ ਵਿੱਚ ਰਹਿ ਕਰਕੇ ਆਪਣੀ ਮਾਂ ਦੀ ਸੇਵਾ ਕਰ। ਕਹਿਣ ਲੱਗੇ ਨਹੀਂ, ਐਵੇਂ ਨਹੀਂ ਗੱਲ ਬਣੇਗੀ। ਵੇਖੋ ਜਿਸ ਪਰਮੇਸ਼ਰ ਦੀ ਭਗਤੀ ਨੂੰ ਅਜੇ ਤੁਰਿਆ ਹੀ ਹਾਂ ਤੇ ਤੁਸੀਂ ਰਾਜ ਦਿਵਾਉਣ ਦੀ ਗੱਲ ਕਰਦੇ ਹੋ। ਅਜੇ ਮੇਰੀ ਬੜੀ ਛੋਟੀ ਜੀ ਆਜੂ ਹੈ, ਉਹ ਪਰਮੇਸ਼ਰ ਦੀ ਭਗਤੀ ਕਰਨੇ ਤੇ ਕਿੰਨਾ ਵੱਡਾ ਰਾਜ ਮਿਲੇਗਾ। ਮੈਂ ਉਹਦੀ ਭਗਤੀ ਜ਼ਰੂਰ ਕਰਾਂਗਾ। ਤੁਸੀਂ ਹੋ ਮਹਾਤਮਾ, ਤੁਸੀਂ ਉਪਦੇਸ਼ ਦਵੋ। ਜਿਸ ਸਮੇਂ ਉਪਦੇਸ਼ ਦਿੱਤਾ ਸੋ ਮਹਾਂਪੁਰਖਾਂ ਨੇ ਦੱਸਿਆ ਕਥਾ ਦੇ ਵਿੱਚ ਕਿ ਪਹਿਲੇ ਮਹੀਨੇ ਫਲ ਆਦਿ ਖਾ ਕਰਕੇ ਸੋ ਧਰੂ ਜੀ ਨੇ ਗੁਜ਼ਾਰਾ ਕੀਤਾ ਹੈ ਇਸ ਜੰਗਲ ਵਿੱਚ। ਨਾਲੇ ਭਗਤੀ ਕਰਦੇ ਨੇ ਤੇ ਨਾਲ ਫਲ ਖਾਂਦੇ ਨੇ। ਦੂਸਰੇ ਮਹੀਨੇ ਵਿੱਚ ਪੱਤਰ ਖਾ ਰਹੇ ਹਨ। ਤੀਸਰੇ ਮਹੀਨੇ 'ਚ ਤੀਸਰੇ ਦਿਨ ਪੱਤਰ ਛਕਦੇ ਨੇ। ਚੌਥੇ ਮਹੀਨੇ 'ਚ ਚੌਥੇ ਦਿਨ ਪੱਤਰ ਖਾ ਕਰਕੇ ਗੁਜ਼ਾਰਾ ਕਰਦੇ ਨੇ। ਪੰਜਵੇਂ ਮਹੀਨੇ ਜਾ ਕਰਕੇ ਨਿਰਾਹਾਰੀ ਹੋ ਗਏ ਨੇ। 5 ਮਹੀਨਿਆਂ ਬਾਅਦ ਹੀ ਪਰਮੇਸ਼ਰ ਵਾਹਿਗੁਰੂ ਨੇ ਆਪ ਆਣ ਕਰਕੇ ਆਪਣੇ ਸਖਿਆਤ ਦਰਸ਼ਨ ਦੇ ਕਰਕੇ ਨਿਹਾਲ ਕੀਤਾ ਭਗਤ ਧਰੂ ਜੀ ਨੂੰ। ਉਹ ਭਾਈ ਭਗਤ ਧਰੂ ਜੀ ਵੀ ਜਿਨ੍ਹਾਂ ਤੇ ਏਡੀ ਵੱਡੀ ਬਖਸ਼ਿਸ਼ ਮੇਰੇ ਸਤਿਗੁਰੂ ਸਾਹਿਬ ਜੀ ਨੇ ਨਾਮ ਜਪਣੇ ਤੇ ਕੀਤੀ ਹੈ। ਸੋ ਜਿਸ ਸਮੇਂ ਨਾਰਦ ਜੀ ਦਾ ਉਪਦੇਸ਼ ਮੰਨਣਾ ਕੀਤਾ, ਭਜਨ ਮਾਹੇ ਲਪਟਾਨੋ। ਸੋ ਕੌਣ ਜੀ? ਬਾਲਕ ਜਿਹੜੇ 5 ਸਾਲਾਂ ਦੀ ਆਜੂ ਵਿੱਚ ਬਾਲਕ ਭਗਤ ਧਰੂ ਜੀ ਸੋ ਭਜਨ ਵਿੱਚ ਜਿਸ ਸਮੇਂ ਲਪਟਾ ਗਏ ਹਨ। ਅਚਲ ਅਮਰ ਨਿਰਭੈ ਪਦ ਪਾਇਓ। ਕਹਿੰਦੇ ਅਚਲ ਨਾ ਚਲਾਏਮਾਨ ਹੋਣ ਵਾਲਾ, ਭੈ ਤੋਂ ਰਹਿਤ ਪਦਵੀ ਪ੍ਰਾਪਤ ਕਰ ਲਈ ਹੈ। ਮੰਨਿਆ ਜਾਂਦਾ ਹੈ ਕਿ ਸਾਰੇ ਦੇ ਸਾਰੇ ਜਿਹੜੇ ਤਾਰੇ ਹਨ ਉਹ ਧਰੂ ਜੀ ਦੀਆਂ ਪਰਿਕਰਮਾ ਕਰਦੇ ਨੇ। ਐਸੀ ਪਦਵੀ ਨੂੰ ਪ੍ਰਾਪਤ ਕਰ ਲਿਆ ਹੈ। ਜਗਤ ਜਾਹੇ ਹੈਰਾਨੋ। ਸਾਰਾ ਹੀ ਜਗਤ ਹੈਰਾਨ ਰਹਿ ਗਿਆ। ਹੈਰਾਨ ਕਿ ਭਾਈ ਧੰਨ ਪਰਮੇਸ਼ਰ ਵਾਹਿਗੁਰੂ ਜਿਹਦੀ ਭਗਤੀ ਕਰਨੇ ਤੇ ਇੱਕ ਬੱਚੇ ਦੇ ਉੱਤੇ ਏਡੀ ਵੱਡੀ ਬਖਸ਼ਿਸ਼ ਰਹਿਮਤ ਹੋ ਗਈ ਹੈ ਜੀ। ਨਾਨਕ ਕਹਿਤ ਭਗਤ ਰਸਕ ਹਰ। ਇਸ ਕਰਕੇ ਗੁਰਦੇਵ ਕਹਿੰਦੇ ਭਾਈ ਜਿਹੜਾ ਪਰਮੇਸ਼ਰ ਵਾਹਿਗੁਰੂ ਹੈ ਭਗਤਾਂ ਦੀ ਰੱਖਿਆ ਕਰਨ ਵਾਲਾ ਹੈ। ਨਿਕਟ ਤਾਹੇ ਤੁਮ ਮਾਨੋ। ਤੇ ਮਹਾਰਾਜ ਜੀ ਮੈਨੂੰ ਦੱਸੋ ਕਿ ਜੇ ਉਹ ਭਗਤ ਰੱਖਿਅਕ ਹੈ ਮੇਰੀ ਰੱਖਿਆ ਕਿਵੇਂ ਕਰੇਗਾ? ਮੈਨੂੰ ਸਾਹਮਣੇ ਨਹੀਂ ਦਿਸਦਾ। ਕਹਿੰਦੇ ਉਹਨੂੰ ਨਿਕਟ ਨੇੜੇ ਤੋਂ ਨੇੜੇ ਜਾਣਨਾ ਕਰ। ਉਹ ਤੇ ਵੇਖ ਭਗਤ ਪ੍ਰਹਲਾਦ ਨੂੰ ਬਚਾਉਣ ਵਾਸਤੇ ਆਪ ਕੀੜੀ ਬਣ ਕੇ ਥੰਬਲਿਆਂ ਤੇ ਤੁਰਿਆ ਫਿਰਦਾ ਹੈ। ਇਸ ਕਰਕੇ ਉਹ ਪਰਮੇਸ਼ਰ ਨੂੰ ਨੇੜੇ ਜਾਣ। ਤੇਰੇ ਨੇੜੇ ਹੈ ਕਹੋ ਕਬੀਰ ਹਾਥ ਪੈ ਨੇੜੇ, ਸਹਜੇ ਹੋਏ ਸੋ ਹੋਈ। ਇਹ ਪਾਵਨ ਪਵਿੱਤਰ ਉਪਦੇਸ਼ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਹੁਕਮਨਾਮਾ ਸਾਹਿਬ ਤੇ ਲੜੀਵਾਰ ਕਥਾ ਦੁਆਰਾ ਅੱਜ ਦੇ ਦਿਹਾੜੇ ਸਾਨੂੰ ਇਹ ਪਾਵਨ ਉਪਦੇਸ਼ ਦਿੱਤਾ ਹੈ। ਗੁਰੂ ਕਾ ਸਿੱਖਾ, ਜੇ ਸੰਸਾਰ ਤੋਂ ਮੁਕਤ ਹੋਣਾ ਚਾਹੁੰਦਾ ਹੈ, ਜੇ ਸੰਸਾਰ ਦੇ ਦੁੱਖਾਂ ਨੂੰ ਨਾਸ ਕਰਨਾ ਚਾਹੁੰਦਾ ਹੈ ਤਾਂ ਪਰਮੇਸ਼ਰ ਵਾਹਿਗੁਰੂ ਦਾ ਨਾਮ ਜਪ। ਜੋ ਤੈਨੂੰ 5 ਪਿਆਰਿਆਂ ਦਾ ਖਾਲਸਾ ਜੀ ਹੁਕਮ ਹੈ ਉਹਨਾਂ ਨੂੰ ਜਪ। ਮੂਲ ਮੰਤਰ ਗੁਰਮੰਤਰ ਦਾ ਅਭਿਆਸ ਕਰ। ਪਾਵਨ ਗੁਰਬਾਣੀ ਦੇ ਨਿਤਨੇਮ ਨਾਲ ਜੁੜ, ਤੇਰਾ ਭਲਾ ਹੋਵੇਗਾ। ਇਹ ਗੁਰਦੇਵ ਜੀ ਨੇ ਬਖਸ਼ਿਸ਼ ਕੀਤੀ ਹੈ। ਹੋਰ ਬਾਕੀ ਜਿਹੜੇ ਧਰਮਾਂ ਦੇ ਲੋਕ ਹਨ ਜਿਵੇਂ ਜਿਵੇਂ ਉਹਨਾਂ ਨੂੰ ਭਾਈ ਉਹਨਾਂ ਦੇ ਧਰਮਾਂ ਮੁਤਾਬਕ ਉਪਦੇਸ਼ ਹੈ ਉਵੇਂ ਉਵੇਂ ਪਰਮੇਸ਼ਰ ਦਾ ਸਿਮਰਨ ਕਰਨ, ਸਾਰਿਆਂ ਦਾ ਭਲਾ ਹੋਵੇਗਾ। ਇਹ ਸਰਬ ਸਾਂਝੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪਾਵਨ ਹੁਕਮ ਤੇ ਪਾਵਨ ਲੜੀਵਾਰ ਕਥਾ ਵਿਚਾਰ ਦੁਆਰਾ ਇਹ ਉਪਦੇਸ਼ ਬਖਸ਼ਿਸ਼ ਕਰਵਾਏ ਹਨ। ਗੁਰਦੇਵ ਜੀ ਕਿਰਪਾ ਕਰਨ ਇਹ ਪਾਵਨ ਪਵਿੱਤਰ ਉਪਦੇਸ਼ ਸਾਡੇ ਕਲਯੁਗੀ ਜੀਵਾਂ ਦੇ ਹਿਰਦਿਆਂ ਵਿੱਚ ਵਸੇ ਤਾਂ ਜੋ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ ਦੀ ਅਵਸਥਾ ਪ੍ਰਾਪਤ ਹੋ ਜਾਵੇ ਜੀ। ਸਤਿਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਪੜ੍ਹਦਿਆਂ, ਪਾਵਨ ਗੁਰਬਾਣੀ ਦੇ ਅਰਥ ਕਰਦਿਆਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋਈਆਂ ਹਨ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਗੁਰੂ ਕੀ ਪਿਆਰੀ ਖਾਲਸਾ ਸਾਧ ਸੰਗਤ ਜੀ ਆਪ ਬਖਸ਼ਣਹਾਰ ਹੋ। ਬਖਸ਼ ਲੈਣੀਆਂ ਜੀ ਅਗਾਹ ਤੋਂ ਸਮਤ ਬਖਸ਼ਣੀ। ਦੇਹੋ ਸੱਜਣ ਆਸੀਸੜੀਆਂ ਜੋ ਹੋਵੇ ਸਾਹਿਬ ਸਿਉ ਮੇਲ। ਲੇਖੇ ਕਤੇ ਨਾ ਛੁੱਟੀਏ ਖਿਣ ਖਿਣ ਭੂਲਣ ਹਾਰ। ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਅਚਲ ਅਮਰ ਨਿਰਭੈ ਪਦ ਪਾਇਓ।
ਜਗਤ ਜਾਹੇ ਹੈਰਾਨੋ। ਨਾਨਕ ਕਹਿਤ ਭਗਤ ਰਸਕ ਹਰ, ਨਿਕਟ ਤਾਹੇ ਤੁਮ ਮਾਨੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।